ਰੇਡੀਓ ਲੋਹਗੜ੍ਹ 'ਤੇ ਆਪ ਸਭ ਦਾ ਸਵਾਗਤ ਹੈ। ਮੈਂ ਵਰਪਾਲ ਸਿੰਘ ਅਤੇ ਮੇਰੇ ਨਾਲ ਨੇ ਵੀਰ ਗੁਰਪ੍ਰੀਤ ਸਿੰਘ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਲੜੀਵਾਰ ਕਿਤਾਬ ਪੜ੍ਹ ਰਹੇ ਹਾਂ ਸੌਫਟ ਟਾਰਗੇਟ, ਜਿਹੜੀ 1999 ਦੇ ਵਿੱਚ ਕੈਨੇਡਾ ਦੇ ਵਿੱਚ ਛਪੀ ਸੀ ਅਤੇ ਛਪਣ ਸਾਰ ਹੀ ਭਾਰਤ ਦੇ ਵਿੱਚ ਉਹਨੂੰ ਭਾਰਤੀ ਏਜੰਸੀਆਂ ਸਰਕਾਰ ਨੇ ਬੈਨ ਕਰ ਦਿੱਤਾ ਸੀ ਜੀ, ਕਿਉਂਕਿ ਉਹਦੇ ਵਿੱਚ ਭਾਰਤ ਸਰਕਾਰ ਅਤੇ ਭਾਰਤੀ ਏਜੰਸੀਆਂ ਦੇ ਕਾਰਵਾਈਆਂ ਜਿਹੜੀਆਂ ਸਿੱਖਾਂ ਦੇ ਖਿਲਾਫ ਕੀਤੀਆਂ ਗਈਆਂ ਅਤੇ ਕੀਤੀਆਂ ਜਾ ਵੀ ਰਹੀਆਂ ਨੇ ਅਜੇ ਤੱਕ, ਉਹਨਾਂ ਦਾ ਕਾਫੀ ਹੱਦ ਤੱਕ ਖੁਲਾਸਾ ਕੀਤਾ ਗਿਆ ਸੀ। ਜਿਹੜੇ ਦੋ ਜਰਨਲਿਸਟ ਜਿਨ੍ਹਾਂ ਨੇ ਇਹ ਕਿਤਾਬ ਲਿਖੀ, ਜ਼ੁਹੈਰ ਕਸ਼ਮੀਰੀ ਅਤੇ ਬ੍ਰਾਇਨ ਮੈਕਐਂਡਰੂ, ਉਹ ਆਪਣੀ ਰੈਪੂਟੇਸ਼ਨ ਰੱਖਦੇ ਆ ਜਰਨਲਿਜ਼ਮ ਦੇ ਵਿੱਚ, ਅਤੇ ਉਹਨਾਂ ਦਾ ਇਹ ਕੰਮ ਜਿਹੜਾ ਆ ਵੀ ਉਹ ਬਹੁਤ ਪਾਏਦਾਰ ਮੰਨਿਆ ਗਿਆ ਆ। ਕਈ ਪੁਆਇੰਟ ਹੈਗੇ ਨੇ, ਨੁਕਤੇ ਵੀ ਜਿਨ੍ਹਾਂ ਦੇ ਉੱਤੇ ਟੁੱਚਰਾਂ ਕੀਤੀਆਂ ਵੀ ਗਈਆਂ ਨੇ, ਪਰ ਉਹ ਟੁੱਚਰਾਂ ਜਿਹੜੀਆਂ ਨੇ ਉਹ ਟੁੱਚਰਾਂ ਹੀ ਨੇ ਜੀ। ਸੋ ਇਸ ਕਰਕੇ ਵੀ ਅਸੀਂ ਫਿਰ ਇੱਕ ਵਾਰੀ ਜਿਹੜੇ ਸਾਡੇ ਸਰੋਤੇ ਨੇ ਵੀ ਉਹਨਾਂ ਨੂੰ ਇਹ ਜ਼ਰੂਰ ਗੁਜ਼ਾਰਿਸ਼ ਕਰਾਂਗੇ ਵੀ ਇਹ ਕਿਤਾਬ ਜਿੱਥੋਂ ਵੀ ਮਿਲੇ ਤੁਹਾਨੂੰ ਵੀ ਜ਼ਰੂਰ ਇੱਕ ਵਾਰੀ ਪੜ੍ਹਿਓ। ਔਨਲਾਈਨ ਇਹਦੀ PDF ਕਿਤੇ ਮਿਲ ਜਾਂਦੀ ਆ, ਪਰ ਜੇ ਤੁਸੀਂ ਖਰੀਦ ਸਕੋ ਕਿਤਾਬ ਤਾਂ ਖਰੀਦ ਕੇ ਆਪਣੇ ਕੋਲ ਵੀ ਜ਼ਰੂਰ ਰੱਖੋ। ਅਤੇ ਪਿਛਲੇ ਜਿਹੜਾ ਪ੍ਰੋਗਰਾਮ ਸੀਗਾ ਵੀ ਉਹਦੇ ਵਿੱਚ ਆਪਾਂ ਕੁਲਦੀਪ ਸਿੰਘ ਸਮਰੇ ਬਾਰੇ ਕਾਫੀ ਹੱਦ ਤੱਕ ਜਾਣਕਾਰੀ ਦਿੱਤੀ ਸੀ ਭਈ ਕਿਵੇਂ ਉਹ ਸਾਰੇ ਜਿਹੜੇ ਬੰਦੇ ਉਸ ਵੇਲੇ ਇਨਵੋਲਵ ਸੀਗੇ ਅਤੇ ਉਹਨਾਂ ਦੇ ਕਨੈਕਸ਼ਨ ਜਿਹੜੇ ਭਾਰਤੀ ਏਜੰਸੀਆਂ ਦੇ ਨਾਲ, ਭਾਰਤੀ ਹਾਈ ਕਮਿਸ਼ਨ ਦੇ ਨਾਲ, ਅਤੇ ਕਿੱਦਾਂ ਉਹ ਇੱਕ ਦਿਨ ਖਾਲਿਸਤਾਨ ਦੇ ਵਿਰੋਧੀ ਨੇ, ਦੂਜੇ ਦਿਨ ਉਹ ਖਾਲਿਸਤਾਨ ਦੇ ਹਮਾਇਤੀ ਵੀ ਹੋ ਜਾਂਦੇ ਨੇ, ਤੀਜੇ ਦਿਨ ਫਿਰ ਵਿਰੋਧੀ ਬਣ ਜਾਂਦੇ ਨੇ। ਸੋ ਉਹੋ ਜਿਹੀਆਂ ਜਿਹੜੀਆਂ ਨਾ ਵੀ ਗਿਰਗਟ ਵਾਂਗ ਰੰਗ ਬਦਲਣੇ ਵਾਲਾ ਜਿਹੜਾ ਕੰਮ ਸੀਗਾ, ਉਹ ਅੱਜ ਵੀ ਜੇ ਤੁਸੀਂ ਆਲੇ ਦੁਆਲੇ ਝਾਤ ਮਾਰੋ ਤਾਂ ਤੁਹਾਨੂੰ ਉਹ ਬੰਦੇ ਜਿਹੜੇ ਆ ਵੀ ਉਹ ਦਿਖ ਪੈਣੇ ਆ ਵੀ ਜਿਹੜਾ ਅੱਜ ਕੁਛ ਕਹਿ ਰਿਹਾ, ਕੱਲ੍ਹ ਕੁਛ ਕਹਿ ਰਿਹਾ, ਅਤੇ ਪਰਸੋਂ ਫੇਰ ਉਹਦੇ ਹੀ ਜਿਹੜੇ ਵਿਚਾਰ ਨੇ ਜਾਂ ਸਟੇਟਮੈਂਟਾਂ ਜਿਹੜੀਆਂ ਵੀ ਉਹ ਬਦਲ ਗਈਆਂ ਨੇ ਜੀ। ਅਤੇ ਉਹਨਾਂ ਦੀ ਸੈਂਸ ਉਦੋਂ ਹੀ ਬਣਦੀ ਆ ਵੀ ਜਦੋਂ ਤੁਹਾਨੂੰ ਇਹ ਸਮਝ ਲੱਗਦੀ ਆ ਵੀ ਇਹ ਆਪਣੇ ਇਹਨਾਂ ਦੇ ਵਿਚਾਰ ਨੇਗੇ ਜਾਂ ਆਪਣੀਆਂ ਸਟੇਟਮੈਂਟਾਂ ਨਹੀਂ ਨੇ, ਇਹ ਤਾਂ ਪਿੱਛੋਂ ਇਹਨਾਂ ਨੂੰ ਜਿੱਦਾਂ ਬੁਲਾਇਆ ਜਾ ਰਿਹਾ ਉੱਦਾਂ ਬੋਲ ਰਹੇ ਨੇ ਇਹ ਬੰਦੇ। ਉਹਦੇ ਵਿੱਚ ਭਾਵੇਂ ਇਹ ਅਪਗ੍ਰੇਡ ਨੇ, ਨੇਕੀ ਵਰਗੇ ਨੇ, ਜਾਂ ਉਹ ਦੂਸਰਾ ਜਰਮਨੀ ਵਾਲਾ ਦਵਿੰਦਰਜੀਤ ਆ, ਜਾਂ ਉਹ ਸਤਨਾਮ ਮੌਂਟਰੀਆਲ ਆ ਕੈਨੇਡਾ ਵਾਲਾ, ਜਾਂ ਇਹ ਲਖਵੀਰ ਸਿੰਘ ਆ, ਬਿਲਕੁਲ, ਜਾਂ ਘੱਗਾ ਆ, ਅਤੇ ਇਹ ਸਾਰੇ ਬੰਦੇ ਜਿਹੜੇ ਨੇ ਵੀ ਇਹ ਤਾਂ ਹੀ ਮਤਲਬ ਵੀ ਹੁਣ ਤੁਸੀਂ ਘੱਗਾ ਦਾ ਨਾਂ ਲਿਆ, ਘੱਗੇ ਦਾ ਵੀ ਘੱਗਾ ਜੀ ਦਾ ਜਿਹੜਾ ਹੈਗਾ ਆ ਵੀ ਸਭ ਤੋਂ ਜ਼ਿਆਦਾ ਜਿਹੜੀ ਹੈਰਾਨੀ ਹੋਈ ਸੀ ਨਾ ਜੀ, ਉਹ ਉਹਨਾਂ ਦੀ ਹੋਈ ਜੀ ਬਈ ਇੰਨੀਆਂ ਕਿਤਾਬਾਂ ਲਿਖ ਕੇ ਇੰਨੀ ਉਮਰ ਦਾ ਜਿਹੜਾ ਆਪਣੀ ਦਾ ਸਾਰਾ ਜਿਹੜਾ ਪਿੱਛੇ ਕਹਿ ਲਓ ਵੀ ਬਣਾਇਆ ਹੀ ਕੰਮ ਕੀਤਾ ਹੋਇਆ ਹੈ, ਬਿਲਕੁਲ ਬਈ ਉਹ ਅਚਾਨਕ ਕਿੱਦਾਂ ਬੰਦਾ ਬਦਲ ਸਕਦਾ। ਬਿਲਕੁਲ। ਉਹਦੇ ਵਿੱਚ ਬੜਿਆਂ ਨੇ ਦੂਸਰੀਆਂ ਐਕਸਪਲੇਨੇਸ਼ਨ ਵੀ ਦਿੱਤੀਆਂ ਜੀ ਵੀ ਇਹ ਵੀ ਉਹ ਕੁੜੀ ਦਾ ਪ੍ਰੈਸ਼ਰ ਆ, ਜਾਂ ਜੋ ਵੀ ਹੋਰ ਵੀ ਉੱਥੇ ਇੰਗਲੈਂਡ 'ਚ ਐਂ ਹੋ ਰਿਹਾ, ਜਾਂ ਉਹ ਚਲੋ ਪਰਿਵਾਰਕ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਪਤਾ ਨਹੀਂ ਤੱਥ ਨੇ, ਅਫਵਾਹਾਂ ਨੇ ਕੀ ਨੇ ਜੀ, ਪਰ ਕੁਛ ਵੀ ਜਿਹੜਾ ਆ ਉਹਨੂੰ ਤੁਸੀਂ ਲੌਜੀਕਲ ਜਾਂ ਤਰਕ ਦੇ ਬੇਸ ਦੇ ਉੱਤੇ ਵੀ ਮੰਨ ਨਹੀਂ ਸਕਦੇ ਵੀ ਹਾਂ ਇਹ ਕਾਰਨ ਹੋਇਆ ਵੀ ਜਿਹਦੇ ਕਰਕੇ ਘੱਗਾ ਜੀ ਵੀ ਅੱਜ ਆ ਸੀਗੇ ਜੀ ਤੇ ਕੱਲ ਆ ਬਣ ਗਏ ਆ। ਬਿਲਕੁਲ। ਵੀ ਜਾਂ ਕੱਲ ਆ ਸੀਗੇ ਤੇ ਅੱਜ ਵੀ ਆ ਇੱਦਾਂ ਰੂਪ ਜਿਹੜਾ ਨਵਾਂ ਧਾਰ ਲਿਆ ਵੀ ਉਹ ਇਸ ਕਾਰਨ ਕਰਕੇ ਹੋਇਆ ਜੀ। ਸੋ ਇਹਦਾ ਮਤਲਬ ਵੀ ਜੋ ਕੱਲ ਸੀਗੇ ਉਹ ਵੀ ਝੂਠਾ ਹੀ ਸੀਗਾ ਫਿਰ। ਬਿਲਕੁਲ। ਜੇ ਉਹ ਕਨਵਿਕਸ਼ਨ ਸੀਗੀਆਂ, ਜੇ ਉਹ ਵੀ ਉਹਨਾਂ ਦੀ ਕਹਿ ਲਓ ਵੀ ਸੁਰਤ ਨੂੰ ਘੜਨ ਵਾਲੇ ਸਿਧਾਂਤ ਸੀਗੇ ਜੀ, ਤੇ ਫਿਰ ਅੱਜ ਜਿਹੜੀ ਆ ਵੀ ਇੰਨੀ ਅਚਾਨਕ ਵੀ ਸੁਰਤ ਜਿਹੜੀ ਆ ਵੀ ਉਹਦਾ ਰੂਪ ਇੰਨੀ ਛੇਤੀ ਕਿੱਦਾਂ ਬਦਲ ਗਿਆ। ਬਿਲਕੁਲ ਬਿਲਕੁਲ। ਸੋ ਉਹ ਅੱਜ ਜੋ ਹੈਗਾ ਆ ਵੀ ਉੱਥੋਂ ਤੇ ਕਲੀਅਰਲੀ ਇਹੀ ਸਾਬਤ ਹੁੰਦਾ ਵੀ ਜੋ ਕੱਲ ਆਪਣੇ ਆਪ ਨੂੰ ਪੇਸ਼ ਕਰ ਰਹੇ ਸੀਗੇ ਉਹ ਵੀ ਸਾਰਾ ਫਰਾਡ ਹੀ ਸੀਗਾ। ਬਿਲਕੁਲ। ਸੋ ਇਸ ਕਰਕੇ ਵੀ ਭਾਈ ਵੀ ਕਿਉਂਕਿ ਉਹਦੇ ਵਿੱਚ ਜਿਹੜੀ ਇੱਕ ਗੱਲ ਸਮਝਣ ਵਾਲੀ ਹੈ ਨਾ ਕਿ ਭਾਜੀ ਕਿ ਜਿੱਦਾਂ ਕੋਈ ਬੰਦਾ ਕਹਿੰਦਾ ਆ ਕਿ ਮੈਂ ਜੋ ਉਹਦੇ ਵਿਚਾਰ ਸੀਗੇ ਉਹ ਤੋਂ ਥੋੜਾ ਉੱਪਰ 19-21 ਦੇ ਹਿਸਾਬ ਨਾਲ ਥੋੜਾ ਚੇਂਜ ਹੋ ਗਿਆ, ਲੇਕਿਨ ਇਹ ਤਾਂ ਬਿਲਕੁਲ ਹੀ ਓਪੋਜ਼ਿਟ ਪਾਸੇ ਆ ਕੇ ਖੜਿਆ ਹੈ। ਜਿਹੜੇ ਵਿਚਾਰਾਂ ਦਾ ਵਖਰੇਵਾ ਆ ਬਿਲਕੁਲ ਹੀ ਓਪੋਜ਼ਿਟ ਪਾਸੇ ਖੜਿਆ, ਤੇ ਉਹ ਬੜਾ ਹੈਰਾਨੀ ਹੁੰਦੀ ਹੈ ਕਿ ਇੱਕਦਮ ਹੀ ਕਿੱਦਾਂ ਛਾਲ ਮਾਰ ਕੇ ਬੰਦਾ ਲਾਈਨ ਦੇ ਉੱਧਰ ਵਾਲੇ ਪਾਸੇ ਖੜ ਸਕਦਾ ਹੈ। ਖਾਸ ਤੌਰ ਦੇ ਉੱਤੇ ਵੀ ਜਦੋਂ ਇਹਨਾਂ ਨੇ ਅਜੇ ਤੱਕ ਕੋਈ ਐਕਸਪਲੇਨੇਸ਼ਨ ਨਹੀਂ ਦਿੱਤੀ, ਕੁਛ ਨਹੀਂ ਦਿੱਤਾ ਭਈ ਕੱਲ ਤੱਕ ਜੋ ਇਹ ਬਿਲੀਵ ਕਰਦੇ ਸੀਗੇ ਉਹ ਛੱਡ ਕੇ ਤੇ ਕਿਹੜੇ ਬੇਸ ਦੇ ਉੱਤੇ ਦਿੱਤਾ, ਕਿਹੜਾ ਤਰਕ ਆ। ਬਿਲਕੁਲ। ਕਮ ਸੇ ਕਮ ਉਹ ਤਰਕ ਤਾਂ ਦੇਣ। ਜਿੱਦਾਂ ਹੁਣ ਵੀ ਠੀਕ ਆ ਵੀ ਆਪਣਾ ਜਦੋਂ ਆਪਾਂ ਮੰਨ ਲਓ ਵੀ ਉਦਾਹਰਨ ਦੇ ਵਜੋਂ ਲੈ ਲਓ ਸੱਜਣ ਠੱਗ ਦੀ ਸਾਖੀ ਜਿਹੜੀ ਆ, ਭਈ ਸੱਜਣ ਠੱਗ ਬਦਲਦਾ
ਪਰ ਉਹਦੇ ਬਦਲਣੇ ਦਾ ਸਾਰਿਆਂ ਨੂੰ ਕਲੀਅਰ ਆ ਵੀ ਉਹ ਕਿਉਂ ਬਦਲਿਆ ਬਿਲਕੁਲ, ਕਿਉਂਕਿ ਉਹ ਠੱਗਿਆ, ਠੱਗੀਆਂ ਮਾਰ ਰਿਹਾ, ਬੰਦਿਆਂ ਨੂੰ ਮਾਰ ਕੇ ਲੁੱਟ ਕੇ ਸਹੀ ਗੱਲ ਤੇ ਆਪਣਾ ਸਾਰਾ ਕਰ ਰਿਹਾ। ਉਹਨੇ ਰੀਅਲਾਈਜ਼ ਕਰ ਲਿਆ ਵੀ ਮੈਂ ਗਲਤ ਕਰ ਰਿਹਾ। ਭਾਈ ਘੱਗਾ ਜੀ ਨੂੰ ਬੇਨਤੀ ਆ ਭਾਈ ਵੀ ਦੱਸ ਦਿਓ ਸਾਨੂੰ, ਕਮ ਸੇ ਕਮ ਸਾਰੀ ਦੁਨੀਆ ਨੂੰ ਹੀ ਦੱਸ ਦਿਓ ਭਾਈ ਕੱਲ ਤੱਕ ਜੋ ਤੁਸੀਂ ਕਰ ਰਹੇ ਸੀ ਉਹਦੇ ਵਿੱਚੋਂ ਤੁਹਾਨੂੰ ਕਿਹੜਾ ਐਸਾ ਕੰਮ ਰੀਅਲਾਈਜ਼ ਹੋਇਆ ਵੀ ਇਹ ਤਰਕ ਵਿਹੂਣਾ ਆ, ਬਿਲਕੁਲ, ਜੋ ਤੁਸੀਂ ਕਰੀ ਗਏ ਆ, ਬਿਲਕੁਲ, ਤੇ ਇਹ ਸਾਰਾ ਕੁਝ ਜਿਹੜਾ ਅਜੇ ਤੱਕ ਤੁਸੀਂ ਕਰੀ ਗਏ ਉਹ ਗਲਤ ਸੀਗਾ, ਹੁਣ ਤੁਸੀਂ ਛੱਡ ਕੇ ਤੇ ਦੂਏ ਪਾਸੇ ਕੱਢ ਗਏ। ਦੂਜੇ ਪਾਸੇ ਜੇ ਨਹੀਂ ਕੁਝ ਐਕਸਪਲੇਨੇਸ਼ਨ ਦਿੰਦੇ ਫਿਰ ਸਮਝਦੇ ਦੇ ਵਿੱਚ ਇਹੀ ਆਉਂਦਾ ਕਿ ਇਸ ਪਿੱਛੇ ਸਰਕਾਰੀ ਚਲਾਉਣ ਦੇ ਪਏ। ਅੱਜ ਉਹਨਾਂ ਨੂੰ ਲੱਗਿਆ ਵੀ ਇਹ ਮੋਹਰਾ ਜਿਹੜਾ ਆ ਭਈ ਇਹ ਜਿਹੜਾ ਸ਼ਤਰੰਜ ਦੀ ਬਸਾਤ ਆ ਵੀ ਉਹਦੇ ਐਸ ਸਕੁਅਰ ਦੀ ਬਜਾਏ ਐਸ ਸਕੁਅਰ ਤੇ ਪਿਆ ਹੋਣਾ ਚਾਹੀਦਾ। ਬਿਲਕੁਲ ਸਹੀ, ਉਹਨਾਂ ਨੇ ਚੱਕ ਕੇ ਤੇ ਰੱਖ ਦਿੱਤਾ। ਸਹੀ ਗੱਲ ਹੈ ਜੀ। ਸੋ ਭਈ ਉੱਥੋਂ ਹੁਣ ਆਪਾਂ ਜੇ ਗਾਂਹ ਪੜ੍ਹੀਏ ਭਈ ਇਹ ਵਾਹਵਾ ਮਤਲਬ ਭਈ ਇੰਪੋਰਟੈਂਟ ਆ ਇਹ ਸੈਕਸ਼ਨ ਜਿਹੜਾ ਆਪਾਂ ਹੁਣ ਕਿਤਾਬ ਦਾ ਪੜ੍ਹਨ ਲੱਗੇ ਚੈਪਟਰ ਨੰਬਰ 2 ਦੇ ਵਿੱਚ ਹੀ ਆ ਜੀ। ਇਹਦੇ ਵਿੱਚ ਉਹ ਜਿਹੜੇ ਨਾ ਅੱਡ ਹਸਤੀਆਂ ਕੈਨੇਡਾ ਦੇ ਵਿੱਚ ਸਾਡੀ ਕਮਿਊਨਿਟੀ ਦੀਆਂ ਸੀਗੀਆਂ ਜੀ, ਤੇ ਉਹਨਾਂ ਦੇ ਜਿਹੜੇ ਕਨੈਕਸ਼ਨ ਸੀਗੇ ਹਾਈ ਕਮਿਸ਼ਨ, ਇੰਡੀਆ ਦੇ ਹਾਈ ਕਮਿਸ਼ਨ ਨਾਲ, ਤੇ ਕਿੱਦਾਂ ਆਖੇ ਵੀ ਉਹ ਆਪ ਕਹਿ ਲਓ ਵੀ ਮਲਾਈ ਲਾਉਣ ਦੇ ਸੀਗੇ ਤੇ ਕਹਿ ਲਓ ਵੀ ਟੁੱਕੜਾਂ ਤੇ ਪਲ ਰਹੇ ਸੀ ਜੀ ਭਾਰਤ ਸਰਕਾਰ ਦੇ, ਤੇ ਕਿੱਦਾਂ ਫਿਰ ਉਹ ਆਪਣੇ ਆਪ ਨੂੰ ਪੇਸ਼ ਕਰਦੇ ਆ ਤੇ ਕਿੱਦਾਂ ਜਸਟੀਫਾਈ ਕਰਦੇ ਆ। ਤੇ ਇਹ ਲਿਖਦੇ ਨੇ ਜੀ ਵੀ ਵੈਨ ਸਮਰਾ ਡਿਸਅਪੀਅਰਡ ਆਫਟਰ ਦੀ ਔਸਗੁਡ ਹਾਲ ਸ਼ੂਟਿੰਗਸ, Metro Police discovered his seemingly unlikely connection to Ahluwalia, ਦਵਿੰਦਰ ਸਿੰਘ ਆਹਲੂਵਾਲੀਆ ਜਿਹੜਾ ਦਾ ਵਾਈਸ ਕੌਂਸਲ ਜੀ, ਯਾਨੀ ਕਿ ਨੰਬਰ 2 ਜਿਹੜਾ ਸੀਗਾ ਹਾਈ ਕਮਿਸ਼ਨ ਦੇ ਵਿੱਚ। Their relationship continues to baffle police and intelligence officials। ਵੀ ਅਜੇ ਤੱਕ ਵੀ ਉਹ ਜਿਹੜੀ ਆਹਲੂਵਾਲੀਏ ਦੀ ਤੇ ਸਮਰੇ ਦੀ ਆਪਸੀ ਰਿਲੇਸ਼ਨਸ਼ਿਪ ਸੀਗੀ ਭਈ ਕੀ ਕਨੈਕਸ਼ਨ ਆ ਇਹ, ਉਹ ਪੁਲਿਸ ਨੂੰ ਤੇ ਇੰਟੈਲੀਜੈਂਸ ਏਜੰਸੀਆਂ ਨੂੰ ਕੈਨੇਡਾ ਦੀਆਂ ਨੂੰ ਕਲੀਅਰ ਨਹੀਂ ਗਾ। ਆਹਲੂਵਾਲੀਆ had been posted to Canada in 1981 about the time the 2000 Sikh refugees were arriving in Canada ਜੀ। ਹੁਣ ਉੱਥੋਂ ਵੀ ਇਹ ਗੱਲ ਕਲੀਅਰ ਹੋਣੀ ਆ ਵੀ ਮਤਲਬ ਜਿੱਥੇ ਸ਼ੱਕ ਜਿਹੜਾ ਆ ਵੀ ਜਾਂ ਕਹ ਲਓ ਵੀ ਜਿਹੜਾ ਮੁਹਾਵਰਾ ਨਾ ਵੀ ਰੀਡ ਬਿਟਵੀਨ ਦ ਲਾਈਨਸ, ਵੀ ਉਹ ਜਦੋਂ ਤੁਸੀਂ ਇਹ 'ਤੇ ਲਾਉਂਦੇ ਆ ਤੇ ਉਹ 'ਚ ਕਲੀਅਰ ਹੋ ਜਾਂਦਾ ਵੀ ਇਹ ਸਾਰਾ ਕੁਛ ਜਿਹੜਾ ਆ ਵੀ ਇੱਕ ਪੈਟਰਨ ਦੇ ਅਧੀਨ ਹੋ ਰਿਹਾ ਵੀ 2000 ਬੰਦਾ ਸਡਨਲੀ ਵੀ ਰਿਫਿਊਜੀ ਬਣ ਕੇ ਕੈਨੇਡਾ 'ਚ ਜਿਹੜਾ ਆ ਵੀ ਉਹਦੀ ਆਮਦ ਹੁੰਦੀ ਆ ਜੀ। ਇੱਧਰੋਂ ਆਹਲੂਵਾਲੀਏ ਨੂੰ ਉੱਥੇ ਕੈਨੇਡਾ 'ਚ ਪੋਸਟ ਕਰ ਦਿੱਤਾ ਜਾਂਦਾ ਆ ਜੀ। ਉੱਧਰੋਂ ਜਿਹੜਾ ਜਗਜੀਤ ਚੌਹਾਨ ਆ ਉਹ ਸਟੇਟਮੈਂਟਾਂ ਦੇਣ ਲੱਗ ਪੈਂਦਾ ਆ ਪਈ ਜੀ ਵੀ ਸਾਨੂੰ ਸ਼ੱਕ ਆ ਪਈ ਇਹ ਵੀ ਇਹ ਜਿਹੜੇ ਰਿਫਿਊਜੀ ਆ ਰਹੇ ਆ ਵੀ ਇਹ ਭਾਰਤ ਸਰਕਾਰ ਵੱਲੋਂ ਭੇਜੇ ਜਾ ਰਹੇ ਆ। ਹੁਣ ਉਹਦੇ ਵਿੱਚ ਗੱਲ ਇਹ ਆ ਵੀ ਅਸਲੀ ਵੀ ਹੋਊਗੇ ਤੇ ਭਾਰਤ ਸਰਕਾਰ ਦੇ ਵੀ ਹੋਊਗੇ, ਪਰ ਕਿਉਂਕਿ ਇਹ ਚੌਹਾਨ ਕਹਿ ਰਿਹਾ ਆ ਜੀ, ਸੋ ਇਸ ਕਰਕੇ ਵੀ ਇੱਦਾਂ ਆ ਵੀ ਜੇ ਇੱਕ ਅੱਧਾ ਫੜਿਆ ਵੀ ਜਾਂਦਾ ਆ ਬਿਲਕੁਲ ਤੇ ਔਰ ਉਹ ਓਬਵੀਅਸ ਆ ਵੀ ਕਿਸੇ ਨਾ ਕਿਸੇ ਤੋਂ ਗਲਤੀ ਹੋ ਜਾਣੀ ਆ ਤੇ ਫੜੇ ਜਾਣੇ ਆ ਬਿਲਕੁਲ, ਤੇ ਉਹਦਾ ਜਿਹੜਾ ਕਹਿ ਲਓ ਕ੍ਰੈਡਿਟ ਆ ਉਹ ਚੌਹਾਨ ਕਲੇਮ ਕਰ ਸਕੇ ਵੀ ਦੇਖੋ ਮੈਂ ਤਾਂ ਪਹਿਲਾਂ ਵਾਰਨ ਕਰਦਾ ਪਿਆ ਸੀ ਤੁਹਾਨੂੰ ਬਿਲਕੁਲ, ਤੇ ਉਹਦੇ ਵਿੱਚ ਇੱਦਾਂ ਹੋਣਾ ਜਿੱਦਾਂ ਨੇਕੀ ਨਹੀਂ ਕਰਦਾ ਹੁੰਦਾ, ਮੈਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ। ਸੋ ਉਹ ਸਾਰਾ ਕੁਝ ਜਿਹੜਾ ਹੈ ਨਾ ਉਹ ਤੁਹਾਨੂੰ ਵੀ ਇੱਦਾਂ ਵੀ ਲਾ ਕੇ ਇਹ ਕਹਿ ਲਓ ਵੀ ਕਨੈਕਟ ਕਰਕੇ ਵੇਖਣਾ ਪੈਣਾ ਵੀ ਇਹ ਕਹਾਣੀਆਂ ਜਿਹੜੀਆਂ ਆ ਵੀ ਇਹ ਕਿੱਦਾਂ ਰੂਪ ਲੈਂਦੀਆਂ ਜੀ। ਤੇ ਉਹ ਤੋਂ ਬਾਅਦ ਫਿਰ ਉਹ ਕਹਿੰਦੇ ਨੇ ਭਈ ਗੁਰਦਿਆਲ ਕਮਲ ਐਡੀਟਰ ਆਫ ਦਾ ਪੰਜਾਬੀ ਪੇਪਰ ਇਨ ਟੋਰਾਂਟੋ ਨਵੀਂ ਧਰਤੀ ਐਕਸੈਪਟਡ ਮਨੀ ਟੂ ਪ੍ਰਿੰਟ ਆਰਟੀਕਲਸ ਜਨਰੇਟਡ ਬਾਈ ਦੀ ਕੌਂਸੂਲੇਟ। ਹੁਣ ਮਤਲਬ ਤੁਸੀਂ ਇੱਕ ਤੇ ਆਹ ਵੇਖੋ ਭਈ ਪੰਜਾਬੀ ਦਾ ਅਖਬਾਰ ਆ, ਗੁਰਦਿਆਲ ਕਮਲ ਨਾਂ ਤੋਂ ਕਾਮਰੇਡ ਲੱਗਦਾ ਆ, ਤੇ ਉਹ ਹਾਈ ਕਮਿਸ਼ਨ ਤੋਂ ਪੈਸੇ ਲੈ ਕੇ ਤੇ ਜਿਹੜੀਆਂ ਉਹਨਾਂ ਦੇ ਏਜੰਡੇ ਦੇ ਮੁਤਾਬਕ ਕਹਾਣੀਆਂ ਹੁੰਦੀਆਂ, ਖਬਰਾਂ ਹੁੰਦੀਆਂ, ਉਹਨਾਂ ਨੂੰ ਅਖਬਾਰ 'ਚ ਛਾਪਦਾ। ਹੁਣ ਤੁਸੀਂ ਇੱਥੇ ਜਿਹੜੇ ਨਿਊਜ਼ੀਲੈਂਡ ਦੇ ਪੰਜਾਬੀ ਦੇ ਅਖਬਾਰ ਨੇ ਉਹਨਾਂ ਵੱਲ ਝਾਤ ਮਾਰ ਲਓ, ਸਰੋਤੇ ਜਿਹੜੇ ਆ ਉਹ ਆਪਣੇ ਆਪਣੇ ਮੁਲਕ ਦੇ ਵਿੱਚ ਜਿਹੜੇ ਪੰਜਾਬੀ ਦੇ ਅਖਬਾਰ ਨੇ, ਈਵਨ ਪੰਜਾਬ ਦੇ ਵਿੱਚ ਜਿਹੜੇ ਅਖਬਾਰ ਨੇ ਅਜੀਤ ਅਰਗੇ ਤੇ ਹੋਰ, ਉਹਨਾਂ ਤੇ ਝਾਤ ਮਾਰ ਲਓ, ਔਰ ਆਹ ਹੀ ਜਿਹੜਾ ਪੈਟਰਨ ਆ ਇਹ ਉਹਨਾਂ ਅਖਬਾਰਾਂ ਦੇ ਉੱਤੇ ਵੀ ਲੱਗਦਾ ਬਿਲਕੁਲ। ਸਾਰੇ ਦੇ ਸਾਰੇ ਇਹ ਜਿਹੜੇ ਨੇ ਬਕਾਊ ਮਾਲ ਬੈਠਾ ਬਿਲਕੁਲ, ਔਰ ਉਹ ਕੋਈ ਕਿੰਨੇ ਤੇ ਵਿਕ ਰਿਹਾ ਤੇ ਕੋਈ ਕਿੰਨੇ ਤੇ ਵਿਕ ਰਿਹਾ। ਸੋ ਉਹ ਸਿਰਫ ਕਹਿ ਲਓ ਵੀ ਮੁੱਲ ਦਾ ਆ ਵੀ ਜਿਹੜਾ ਜ਼ਿਆਦਾ ਚੁਸਤ ਆ ਉਹ ਆਪਣਾ ਮੁੱਲ ਜ਼ਿਆਦਾ ਪਵਾ ਲੈਂਦਾ ਆ, ਵੀ ਜਿੱਦਾਂ ਉਹ ਬਰਜਿੰਦਰ ਸਿੰਘ ਹਮਦਰਦ ਜਿਹੜਾ ਐਡੀਟਰ ਆ ਅਜੀਤ ਅਖਬਾਰ ਦਾ ਉਹਨੇ ਆਪਣਾ ਮੁੱਲ ਇੱਥੇ ਤੱਕ ਪਵਾ ਲਿਆ ਵੀ ਉਹ ਜਾ ਕੇ ਰਾਜ ਸਭਾ ਦਾ ਮੈਂਬਰ ਵੀ ਬਣ ਗਿਆ ਸੀ, ਤੇ ਜਦੋਂ ਦੇਖਿਆ ਵੀ ਇਹ ਵੀ ਅਖਬਾਰਾਂ ਜਿਹੜੀਆਂ ਵੀ ਉਹ ਤੇ ਉਹਨਾਂ ਦੀ ਰੀਡਰਸ਼ਿਪ ਤੇ ਹੋਰ ਸਾਰਾ ਕੁਝ ਸਫਰ ਹੋ ਰਿਹਾ, ਫਿਰ ਛੱਡ ਕੇ ਤੇ ਪਾਸੇ ਆ ਕੇ ਅਖਬਾਰ ਦੇ ਉੱਤੇ ਕੌਨਸਨਟਰੇਟ ਕਰਨ ਲੱਗ ਪਿਆ। ਪਰ ਮਤਲਬ ਗੱਲ ਕੀ ਵੀ ਇਹ ਜਿਹੜੇ ਬਕਾਊ ਨੇ ਉਹ ਏਦਾਂ ਆਪਣਾ ਮੁੱਲ ਜਿਹੜਾ ਵੀ ਉਹ ਪਾਉਂਦੇ ਆ।
ਮਤਲਬ ਇੱਕ ਇਹ ਵੀ ਪੈਟਰਨ ਹੈਗਾ ਕਿ ਕਿੱਦਾਂ ਸਰਕਾਰਾਂ ਤੁਹਾਡਾ ਮਾਈਂਡ ਚੇਂਜ ਕਰਦੀਆਂ ਹੈਗੀਆਂ, ਕਿੱਦਾਂ ਪੁਸ਼ ਕਰਦੀਆਂ ਆਪਣੇ ਏਜੰਡੇ ਨੂੰ। ਕਿਉਂਕਿ ਜਦੋਂ ਅਖਬਾਰ 'ਚ ਤੁਸੀਂ ਪੜ੍ਹਨਾ ਆ ਤੇ ਤੁਸੀਂ ਤੇ ਇਸ ਭਰੋਸੇ ਤੇ ਪੜ੍ਹ ਰਹੇ ਨਾ ਵੀ ਜਿਹਨੇ ਛਾਪਿਆ ਆ ਉਹਨੇ ਆਪਣੀ ਤਸੱਲੀ ਕੀਤੀ ਆ ਵੀ ਇਹ ਸੱਚ ਆ। ਸੱਚ ਹੈ, ਬਿਲਕੁਲ। ਪਰ ਜਦੋਂ ਇਹ ਪਤਾ ਲੱਗਦਾ ਆ ਵੀ ਉਹਨੇ ਤੇ ਕੱਖ ਵੀ ਨਹੀਂ ਕੀਤਾ, ਉਹਨੂੰ ਦਿੱਤਾ ਗਿਆ, ਉਹਨੇ ਪੈਸੇ ਲੈ ਕੇ ਤੇ ਛਾਪ ਦਿੱਤਾ ਆ। ਨਾਲੇ ਭਾਜੀ ਜਿਹੜਾ ਆਮ ਸਰੋਤਾ ਹੈ ਜਾਂ ਆਮ ਬੰਦਾ ਹੈ ਨਾ, ਆਮ ਨਾਗਰਿਕ, ਉਹ ਇੰਨੀ ਮਿਹਨਤ ਵੀ ਨਹੀਂ ਕਰਨਾ ਚਾਹੁੰਦਾ ਕਿ ਮੈਂ ਰਿਸਰਚ ਕਰਾਂ ਸਾਰੇ ਪਾਸੇ ਜਾ ਕੇ ਕਿ ਅਸਲ ਮੁੱਦੇ ਦੇ ਪਿੱਛੇ, ਇਸ ਮੁੱਦੇ ਦੇ ਪਿੱਛੇ ਅਸਲ ਕਹਾਣੀ ਕੀ ਹੈਗੀ ਹੈ। ਉਹਨੂੰ ਜੋ ਪਰੋਸਿਆ ਜਾ ਰਿਹਾ ਹੈ ਉਹ ਉਹਨੂੰ ਹੀ ਸੱਚ ਮੰਨ ਰਿਹਾ ਹੈਗਾ। ਤਦੀ ਮੀਡੀਆ ਦੀ ਇੰਨੀ ਅਹਿਮੀਅਤ ਹੁੰਦੀ ਹੈ। ਮੀਡੀਆ ਨੂੰ ਹੁਣ ਜਿੱਦਾਂ 4th ਪਿਲਰ ਕਿਹਾ ਜਾਂਦਾ ਇੰਡੀਆ ਦੇ ਵਿੱਚ ਕਿ ਡੈਮੋਕ੍ਰੇਸੀ ਦਾ 4th ਪਿਲਰ ਹੈਗਾ। ਜੋ ਤੁਸੀਂ ਮੀਡੀਆ ਰਾਹੀਂ ਹੁਣ ਮਤਲਬ ਐਥਿਕਸ ਇਹ ਕਹਿੰਦੇ ਕਿ ਮੀਡੀਆ ਰਾਹੀਂ ਸੱਚ ਦੱਸਿਆ ਜਾਵੇ ਲੋਕਾਂ ਨੂੰ, ਲੇਕਿਨ ਉਹਨੂੰ ਅਬਿਊਜ਼ ਕੀਤਾ ਜਾ ਰਿਹਾ ਹੈਗਾ। ਬਿਲਕੁਲ, ਤੁਹਾਡੀ ਉਮਰ ਥੋੜੀ ਆ ਜੀ ਤੇ ਪਰ ਮੈਨੂੰ ਚੇਤੇ ਆ ਵੀ ਉਹ ਟਾਈਮ ਵੀ ਜਦੋਂ ਅਜੇ ਗੂਗਲ ਜਿਹੜਾ ਆ ਵੀ ਉਹ ਐਗਜ਼ਿਸਟ ਨਹੀਂ ਕਰਦਾ ਜੀ, ਤੇ ਉਸ ਵੇਲੇ ਅਖਬਾਰ ਦੀ ਖਬਰ ਜਿਹੜੀ ਆ ਬਿਲਕੁਲ ਉਹਨੂੰ ਕ੍ਰਾਸ ਚੈੱਕ ਕਰਨਾ ਇੰਪੋਸੀਬਲ ਸੀ। ਅੱਜ ਤੇ ਇਹ ਆ ਨਾ ਵੀ ਤੁਸੀਂ ਗੂਗਲ ਦੇ ਵਿੱਚ ਪਾਉਨੇ ਆ, ਉਹ ਝੱਟ ਕੇ ਵੀ ਸੈਂਕੜਿਆਂ ਹੀ ਤੇ ਕਈ ਵਾਰੀ ਹਜ਼ਾਰਾਂ ਲੱਖਾਂ ਖਬਰਾਂ ਜਿਹੜੀਆਂ ਵੀ ਉਹ ਸਾਈਟਾਂ ਕੱਢ ਕੇ ਦੱਸ ਦਿੰਦਾ ਵੀ ਜਿਹਦੇ ਵਿੱਚੋਂ ਤੁਸੀਂ ਝੱਟ ਜਿਹੜਾ ਆ ਵੀ ਉਹ ਚੈੱਕ ਕਰ ਸਕਦੇ ਹੁੰਦੇ ਆ ਵੀ ਸੱਚਾਈ ਕੀ ਆ ਤੇ ਝੂਠ ਕੀ ਆ। ਜੀ ਬਿਲਕੁਲ। ਪਰ ਉਹ ਟਾਈਮ ਵੀ ਜਦੋਂ ਗੂਗਲ ਜਾਂ ਇੰਟਰਨੈਟ ਕੱਖ ਵੀ ਨਹੀਂ, ਅਖਬਾਰਾਂ ਹੀ ਸੀਗੀਆਂ, ਅਖਬਾਰਾਂ ਸੀ। ਬਿਲਕੁਲ। ਤੇ ਕਿੰਨੀਆਂ ਕੁ ਅਖਬਾਰਾਂ ਤੁਸੀਂ ਪੜ੍ਹ ਲੂੰਗੇ, ਖਾਸ ਤੌਰ ਦੇ ਉੱਤੇ ਵੀ ਜੇ ਸਿਰਫ ਪੰਜਾਬ ਦੀ ਗੱਲ ਕਰੋ ਤੇ ਪੰਜਾਬ ਦੇ ਵਿੱਚ ਤੁਸੀਂ ਬੈਠੇ ਆ, ਪੰਜਾਬ ਦੇ ਵਿੱਚ ਗਿਣੀਆਂ ਚੁਣੀਆਂ ਅਖਬਾਰਾਂ ਸੀਗੀਆਂ। ਈਵਨ ਜਿਹੜਾ ਹੈਗਾ ਨਾ ਟਾਈਮਸ ਆਫ ਇੰਡੀਆ ਤੇ ਹਿੰਦੁਸਤਾਨ ਟਾਈਮਸ ਤੇ ਇਹ ਸਾਰੀਆਂ ਕੋਈ ਟਾਵਾਂ ਪੜ੍ਹਦਾ ਹੁੰਦਾ ਸੀ। 2 ਮੇਨ ਅਖਬਾਰਾਂ ਸੀਗੀਆਂ, ਇੰਡੀਅਨ ਐਕਸਪ੍ਰੈਸ ਤੇ ਟ੍ਰਿਬਿਊਨ, ਜਿਨ੍ਹਾਂ ਦੇ ਦਫ਼ਤਰ ਚੰਡੀਗੜ੍ਹ ਸੀਗੇ ਤੇ ਉਹ ਲੋਕਲ ਜਿਹੜਾ ਹੈ ਪੰਜਾਬ ਦਾ ਏਰੀਆ ਸਾਰਾ ਉਹ ਕਵਰ ਕਰਦੀਆਂ। ਹੁਣ ਤੁਸੀਂ ਜਦੋਂ ਇਹ ਦੇਖਣਾ ਆ ਵੀ ਅੱਛਾ ਵੀ ਟ੍ਰਿਬਿਊਨ 'ਚ ਇਹ ਖਬਰ ਛਪੀ ਆ, ਐਕਸਪ੍ਰੈਸ 'ਚ ਵੀ ਛਪੀ ਆ, ਉਧਰੋਂ ਪੰਜਾਬੀ ਦੀਆਂ 2 ਅਖਬਾਰਾਂ ਜਿਹੜੀਆਂ ਅਕਾਲੀ ਪੱਤਰਕਾ ਤੇ ਅਜੀਤ, ਉਹਨਾਂ ਦੋਵਾਂ 'ਚ ਵੀ ਛਪੀ ਆ, ਫਿਰ ਠੀਕ ਹੀ ਆ। ਠੀਕ ਹੀ ਹੈ, ਸਹੀ ਗੱਲ ਆ। ਮਤਲਬ ਭਈ ਤੁਹਾਡੇ ਕੋਲੇ ਇਹ ਤੋਂ ਇਲਾਵਾ ਕੁਝ ਨਹੀਂ ਹੋਰ। ਉਹ ਤੋਂ ਬਾਅਦ ਫਿਰ ਹੁਣ ਅੱਜ ਦੇ ਹਾਲਾਤ ਦੇ ਵਿੱਚ ਦੇਖੋ ਭਈ, ਚਲੋ ਦੂਸਰਾ ਗੂਗਲ ਵਾਲਾ ਛੱਡ ਦਿਓ ਭਈ, ਜਿਹੜਾ ਹੈਗਾ ਆ ਵੀ ਗੂਗਲ ਵੀ ਕਰਨਾ ਜਿਹੜਾ ਵੀ ਹਰੇਕ ਦੇ ਵਾਸ ਦੀ ਗੱਲ ਨਹੀਂ ਜੀ। ਭਈ ਜਿਹੜਾ ਬੰਦਾ ਅਖਬਾਰ ਪੜ੍ਹ ਰਿਹਾ, ਅਖਬਾਰ ਦੇ ਵਿੱਚ ਉਹਨੇ ਖਬਰ ਪੜ੍ਹੀ, ਈਵਨ ਅੱਜ ਵੀ, ਉਹ ਤੋਂ ਬਾਅਦ ਉਹਨੇ ਉਹੀ ਖਬਰ ਜਿਹੜੀ ਆ ਵੀ ਉਹ WhatsApp ਦੇ ਉੱਤੇ ਘੁੰਮ ਗਈ। ਬਿਲਕੁਲ। ਉਹ ਤੋਂ ਬਾਅਦ ਉਹਨੇ ਉਹੀ ਖਬਰ ਟੀਵੀ ਦੇ ਉੱਤੇ ਵੀ ਦੇਖ ਲਈ, ਉਹਦੇ ਲਈ ਤੇ ਉਹ ਸੱਚ ਬਣ ਗਿਆ ਨਾ। ਬਿਲਕੁਲ ਬਣ ਗਿਆ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਆਪਾਂ ਗੱਲ ਕਰਦੇ ਸੀ ਭਈ ਗੂਗਲ ਨਾਲ ਤੁਸੀਂ ਕੋਸ਼ਿਸ਼ ਕਰਕੇ ਚੈੱਕ ਕਰ ਸਕਦੇ ਆ ਜੀ। ਸੌਖਾ ਅੱਜ ਵੀ ਨਹੀਂਗਾ, ਸੌਖਾ ਤਾਂ ਨਹੀਂ ਹੈਗਾ, ਪਰ ਜਿਹੜੇ ਕੋਸ਼ਿਸ਼ ਹੀ ਨਹੀਂ ਕਰਦੇ ਉਹਨਾਂ ਲਈ ਤੇ 3-4 ਪਲੇਟਫਾਰਮ ਤੋਂ ਜਦੋਂ ਸੇਮ ਖਬਰ ਦਿੱਤੀ ਜਾਂਦੀ ਆ ਤੇ ਉਹਨਾਂ ਲਈ ਉਹ ਸੱਚਾਈ ਆ, ਅਖੀਰਲਾ ਸੱਚ ਆ। ਤਾਂ ਹੀ ਉਹ ਰਵੀਸ਼ ਕੁਮਾਰ ਰੌਲਾ ਪਾਉਂਦਾ ਵੀ ਜਿਹੜੇ WhatsApp ਯੂਨੀਵਰਸਿਟੀ ਵਾਲੇ ਆ, ਬਿਲਕੁਲ ਭਈ ਇਹ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ ਜਿਹੜਾ ਆ ਵੀ ਉਹ ਕਰੀ ਜਾਣਦੇ ਆ, ਤੇ ਉੱਥੋਂ ਫਿਰ ਜਿਹੜੇ ਆ ਵੀ ਆਹ ਜਿਹੜੇ ਕਹਿ ਲਓ ਭਈ ਨਕੰਮੀ ਓਪੀਨੀਅਨ ਜਿਹੜੀਆਂ ਵੀ ਉਹ ਬਣ ਕੇ ਤੇ ਮੁਲਕ ਦਾ ਪੱਠਾ ਉਠਾ ਰਹੀਆਂ। ਨਹੀਂ ਬਿਲਕੁਲ ਭਾਜੀ, ਇਹਦੇ 'ਚ ਨਾ ਸਰਕਾਰਾਂ ਇੱਕ ਹੋਰ ਤਰੀਕੇ ਨਾਲ ਗੇਮਾਂ ਖੇਡਦੀਆਂ, ਜਿੱਥੇ ਤੱਕ ਮੈਨੂੰ ਸਮਝ ਲੱਗੀ ਹੈ। ਹੁਣ ਮਤਲਬ ਸੋਸ਼ਲ ਮੀਡੀਆ ਦਾ ਵੀ ਜ਼ਮਾਨਾ ਹੈਗਾ ਆ, ਗੂਗਲ ਰਾਹੀਂ ਉਹ ਜਿਹੜੀਆਂ ਤੁਹਾਡੀਆਂ ਖਬਰਾਂ ਆ, ਜਿਹੜੀਆਂ ਖਬਰਾਂ ਉਹਨਾਂ ਦੇ ਹੱਕ ਦੇ ਵਿੱਚ ਜਾ ਰਹੀਆਂ ਹੈਗੀਆਂ ਜਾਂ ਉਹਨਾਂ ਰਾਹੀਂ ਉਹਨਾਂ ਦੇ ਮਤਲਬ ਉਹ ਉਹਨਾਂ ਨੂੰ ਪੇਸ਼ ਕਰ ਰਹੀਆਂ ਜਿੱਦਾਂ ਸਰਕਾਰ ਚਾਹੁੰਦੀ ਹੈਗੀ ਹੈ, ਉਹ ਲੋਕਾਂ ਤੱਕ ਪਹੁੰਚ ਵੀ ਰਹੀ ਹੈ। ਲੇਕਿਨ ਜਿਹੜਾ ਸੱਚ ਬੋਲ ਰਿਹਾ ਹੈ ਜਾਂ ਜਿਹੜਾ ਉਹ ਸਾਰੇ ਰਿਸਰਚ ਕਰਕੇ ਕੁਝ ਤੁਹਾਨੂੰ ਫੈਕਟਸ ਦੱਸ ਰਿਹਾ, ਉਹਨਾਂ ਨੇ ਰੀਚ ਹੀ ਖਤਮ ਕਰ ਦਿੱਤੀ ਹੈਗੀ। ਯਾਨੀ ਕਿ ਇਸ ਤਰੀਕੇ ਨਾਲ ਸੌਫਟਵੇਅਰ ਡਿਵੈਲਪ ਕਰ ਲਏ ਹੈਗੇ ਆ ਕਿ ਮਤਲਬ ਉਹਨਾਂ ਨੇ ਹਰ ਚੀਜ਼ ਦਾ ਤੋੜ ਕੱਢ ਲਿਆ ਹੈਗਾ ਆ ਕਿ ਕਿੱਦਾਂ ਉਹਨਾਂ ਨੇ ਤੁਹਾਨੂੰ ਮਤਲਬ ਇੱਕ ਜਗ੍ਹਾ ਦੇ ਵਿੱਚ ਜਾਂ ਇੱਕ ਘੇਰੇ ਦੇ ਵਿੱਚ ਬੰਦ ਕਰਕੇ ਰੱਖ ਦੇਣਾ ਹੈਗਾ। ਮਤਲਬ ਇਹ ਵੀ ਬਹੁਤ ਇੰਪੋਰਟੈਂਟ ਹੈ ਨੁਕਤਾ, ਜੇ ਆਪਾਂ ਇਹਨੂੰ ਮੇਰਾ ਖਿਆਲ ਵੀ ਇੱਥੇ ਡਿਟੇਲ ਦੇ ਵਿੱਚ ਕਰ ਲਈਏ ਡਿਸਕਸ ਜੀ। ਜਿਹੜੇ ਸੁਣਦੇ ਪਏ ਆ ਵੀ ਉਹ ਜ਼ਰੂਰ ਗੂਗਲ ਕਰ ਲੈਣ ਟਰਮ ਨੈਟ ਨਿਊਟਰੈਲਿਟੀ ਜੀ, ਭਈ ਯਾਨੀ ਕਿ ਭਈ ਕੋਈ ਵੀ ਜਿਹੜੀ ਸਰਚ ਇੰਜਨ ਜਾਂ ਕੁਛ ਵੀ ਹੈਗਾ, ਬਿਲਕੁਲ ਭਈ ਉਹਨੂੰ ਇੱਕ ਨਿਊਟਰਲ ਰਹਿ ਕੇ ਤੇ ਸਰਚ ਰਿਜ਼ਲਟ ਜਿਹੜੇ ਉਹ ਦੇਣੇ ਪੈਣੇ ਆ। ਬਿਲਕੁਲ। ਤੇ ਨਹੀਂ ਤਾਂ ਜੇ ਨੈਟ ਨਿਊਟਰੈਲਿਟੀ ਖਤਮ ਹੋ ਜਾਂਦੀ ਆ, ਤੁਹਾਡੇ ਕੋਲੇ ਜਿਹੜਾ ਅਸੀਂ ਕਹਿੰਦੇ ਨਾ ਵੀ ਤੁਸੀਂ ਗੂਗਲ ਸਰਚ ਕੀਤਾ ਤੇ ਤੁਹਾਡੇ ਕੋਲੇ ਰਿਜ਼ਲਟ ਆਉਂਦੇ ਆ, ਤੁਸੀਂ ਉਹਨਾਂ 'ਤੇ ਵੀ ਯਕੀਨ ਨਹੀਂ ਕਰ ਸਕਦੇ, ਕਿਉਂਕਿ ਜਿਹੜਾ ਫੇਸਬੁੱਕ ਆ ਨਾ, ਇਹਨੇ ਬਹੁਤ ਮੁਲਕਾਂ ਦੇ ਵਿੱਚ ਆਪਣਾ ਜਿਹੜਾ ਫ੍ਰੀ ਇੰਟਰਨੈਟ ਆ ਉਹ ਆਫਰ ਕੀਤਾ ਹੋਇਆ, ਤੇ ਕਈ ਜਿਹੜੇ ਅਫਰੀਕਾ ਦੇ ਮੁਲਕ ਆ ਉਹਨਾਂ ਨੇ ਐਕਸੈਪਟ ਵੀ ਕਰ ਲਿਆ ਜੀ। ਅੱਜ ਨਹੀਂ ਮੈਨੂੰ ਪਤਾ ਵੀ ਸਿਚੁਏਸ਼ਨ ਕੀ ਆ, ਵੀ ਜੇ ਉਹਨਾਂ ਨੂੰ ਅਕਲ ਆ ਗਈ ਤੇ ਉਹਨਾਂ ਨੇ ਇਹਨਾਂ ਤੋਂ ਉਹ ਰਾਈਟ ਲੈ ਲਿਆ ਹੋਵੇ ਜੀ। ਉਹਨਾਂ ਨੇ ਕੀ, ਇਹਨੇ ਫੇਸਬੁੱਕ ਵਾਲੇ ਕੀ ਆਫਰ ਕਰ ਰਹੇ ਸੀਗੇ ਭਈ ਅਸੀਂ ਫ੍ਰੀ ਇੰਟਰਨੈਟ ਸਰਵਿਸ ਪ੍ਰੋਵਾਈਡ ਕਰਾਂਗੇ। ਓਕੇ। ਉਹਦੀ ਸ਼ਰਤ ਇਹ ਸੀਗੀ ਭਈ ਸਾਰਾ ਕੁਝ ਜਿਹੜਾ ਆ ਕੰਟੈਂਟ ਸਰਚ ਐਵਰੀਥਿੰਗ ਉਹ ਸਾਰਾ ਇਹ ਫੇਸਬੁੱਕ ਵਾਲੇ ਜਿਹੜੇ ਆ ਇਹ ਕੰਟਰੋਲ ਕਰੂਗੇ। ਠੀਕ ਹੈ। ਯਾਨੀ ਕਿ ਵੀ ਮਤਲਬ ਵੀ ਤੁਸੀਂ ਫੇਸਬੁੱਕ ਤੋਂ ਬਾਹਰ ਨਿਕਲ ਹੀ ਨਹੀਂ ਸਕਦੇ, ਤੁਹਾਨੂੰ ਯਾਨੀ ਕਿ ਇੱਕ ਮਤਲਬ ਪਿੰਜਰੇ ਦੇ ਵਿੱਚ ਕੈਦ ਕਰ ਲਿਆ। ਬਿਲਕੁਲ।
ਔਰ ਜਦੋਂ ਤੁਸੀਂ ਸਰਚ ਕਰਨਾ ਆ ਭਈ ਉਹਨਾਂ ਦੇ ਐਲਗੋਰਿਦਮ ਜਿਹੜੇ ਆ ਵੀ ਉਹਨਾਂ ਨੇ ਡਿਸਾਈਡ ਕਰਨਾ ਆ ਵੀ ਤੁਹਾਡੇ ਰਿਸਰਚ ਦੇ ਰਿਜ਼ਲਟ ਜਿਹੜੇ ਆ ਵੀ ਉਹ ਕੀ ਨਿਕਲਣੇ ਹੈਗੇ। ਜਿੱਦਾਂ ਹੁਣ ਭਈ ਆ ਜਿਹੜਾ ਸੀਗਾ ਨਾ ਜਦੋਂ ਟਰੰਪ ਜਿੱਤਿਆ ਸਾਰਿਆਂ ਨੂੰ ਇੰਨੀ ਹੈਰਾਨੀ ਸੀ ਵੀ ਉਹ ਤੋਂ ਬਾਅਦ ਉਹਨਾਂ ਨੇ ਵੀ ਕਿੰਨੀਆਂ ਰਿਸਰਚਾਂ ਹੋਈਆਂ, ਕਿੰਨੇ ਪੇਪਰ ਲਿਖੇ ਗਏ ਤੇ ਉਹ ਇੱਕ ਪੇਪਰ ਜਿਹੜਾ ਸੀਗਾ ਉਹ ਇਹ ਦੱਸ ਰਿਹਾ ਸੀ ਔਰ ਫੇਸਬੁੱਕ ਦੇ ਆਪਣੇ ਡਾਕੂਮੈਂਟ ਜਿਹੜੇ ਆ ਉਹਨਾਂ ਦੇ ਬੇਸ ਦੇ ਉੱਤੇ ਉਹ ਦੱਸ ਰਹੇ ਸੀਗੇ। ਉਹ ਕਹਿੰਦੇ ਵੀ ਮਤਲਬ ਹੁਣ ਹਾਲਤ ਇਹ ਆ ਵੀ ਫੇਸਬੁੱਕ ਦੀ ਜਿਹੜੇ ਐਲਗੋਰਿਦਮ ਨੇ ਨਾ ਕੋਡਿੰਗ ਜਿਹੜੀ ਆ, ਜਦੋਂ ਇੱਕ ਪਾਸੇ ਤੁਸੀਂ ਫੇਸਬੁੱਕ ਦੇਖ ਰਹੇ ਆ, ਇੱਕ ਪਾਸੇ ਮੈਂ ਵੇਖ ਰਿਹਾ, ਜਿਹੜੀ ਖਬਰ ਤੁਹਾਨੂੰ ਦਿਖ ਰਹੀ ਆ ਉਹ ਮੈਨੂੰ ਨਹੀਂ ਦਿਖ ਰਹੀ। ਸਹੀ ਗੱਲ। ਜਿਹੜੀ ਮੈਨੂੰ ਦਿਖ ਰਹੀ ਆ ਉਹ ਤੁਹਾਨੂੰ ਨਹੀਂ ਦਿਖ ਰਹੀ। ਜਿਹੜੀ ਐਡ ਤੁਸੀਂ ਦੇਖ ਰਹੇ ਆ ਉਹ ਸਿਰਫ ਤੁਹਾਨੂੰ ਦਿਖ ਰਹੀ ਆ, ਹੋ ਸਕਦਾ ਵੀ ਪੂਰੀ ਦੁਨੀਆ 'ਚ ਹੋਰ ਕਿਸੇ ਨੂੰ ਵੀ ਨਾ ਦਿਖੇ। ਬਿਲਕੁਲ। ਉਹ ਸਿਰਫ ਤੁਹਾਡੇ ਲਈ ਉਹਨਾਂ ਨੇ, ਔਰ ਮਤਲਬ ਉਹ ਕਹਿੰਦੇ ਵੀ ਇਨ ਰੀਅਲ ਟਾਈਮ ਬਣਾ ਰਹੇ ਆ। ਮਤਲਬ ਇਹ ਨਹੀਂ ਗਾ ਆਪਾਂ ਹੀ ਇਹ ਵੀ ਉਹ ਬੰਦੇ ਬੈਠੇ ਬਣਾ ਰਹੇ ਨੇ, ਆਟੋਮੈਟਿਕਲੀ ਜਨਰੇਟ ਹੋ ਰਹੀਆਂ, ਕਿਉਂਕਿ ਜੋ ਤੁਸੀਂ ਫੇਸਬੁੱਕ ਲੌਗਇਨ ਕਰਕੇ ਤੇ ਜਾਂ ਉੱਦਾਂ ਇੰਟਰਨੈਟ ਦੇ ਉੱਤੇ ਵੇਖਦੇ ਪਏ ਆ। ਬਿਲਕੁਲ ਜੀ, ਬਿਲਕੁਲ। ਜਿੱਦਾਂ ਉਹ ਤੁਸੀਂ ਆਪਣੇ ਸ਼ੂਜ਼ ਦੀ ਗੱਲ ਕਰਦੇ ਸੀ ਨਾ, ਐਗਜ਼ਾਮਪਲ ਦਿੰਦੇ ਸੀ, ਉਹ ਸਾਰਾ ਜਿਹੜਾ ਡਾਟਾ ਆ ਉਹ ਇਕੱਠਾ ਹੋ ਰਿਹਾ ਇੱਕ ਥਾਂ ਦੇ ਉੱਤੇ। ਸਹੀ ਗੱਲ ਹੈ। ਔਰ ਉਹ ਡਾਟਾ ਜਿਹੜਾ ਆ ਉਹ ਫਿਰ ਆਟੋਮੈਟਿਕਲੀ ਜਿਹੜੀਆਂ ਐਡਾਂ ਨੇ, ਖਬਰਾਂ ਨੇ, ਉਹ ਸਾਰਾ ਕੁਝ ਜਿਹੜਾ ਉਹ ਤੁਹਾਡੇ ਲਈ ਜਨਰੇਟ ਕਰ ਸਿਰਫ ਤੁਹਾਡੇ ਲਈ। ਬਿਲਕੁਲ। ਮਤਲਬ ਹੈਰਾਨੀ ਹੁੰਦੀ ਹੈ ਦੇਖ ਕੇ ਵੀ। ਮਤਲਬ ਨਹੀਂ ਤਾਂ ਕਮ ਸੇ ਕਮ ਤੁਸੀਂ ਇਹ ਕਰ ਸਕਦੇ ਸੀ ਨਾ ਭਈ ਜਿੱਦਾਂ ਭਈ ਜਦੋਂ ਇੱਕ ਅਖਬਾਰ ਛਪੀ ਆ, ਤੁਹਾਨੂੰ ਪਤਾ ਆ ਵੀ ਅੱਛਾ ਵੀ ਠੀਕ ਆ ਵੀ ਟ੍ਰਿਬਿਊਨ ਦੀ ਸਰਕੂਲੇਸ਼ਨ ਜਿਹੜੀ ਆ ਵੀ ਉਹ 2 ਲੱਖ ਆ ਰੋਜ਼ ਦੀ। ਇਹਦਾ ਮਤਲਬ ਵੀ 2 ਲੱਖ ਬੰਦੇ ਨੇ ਉਹ ਜਿਹੜੀ ਖਬਰ ਆ ਵੀ ਉਹ ਪੜ੍ਹੀ ਆ। ਬਿਲਕੁਲ। ਸੋ ਉਹ 2 ਲੱਖ ਬੰਦੇ ਦੇ ਵਿੱਚੋਂ ਜੇ 2 ਬੰਦੇ ਵੀ ਐਸੇ ਹੋਏ ਜਿਨ੍ਹਾਂ ਨੂੰ ਪਤਾ ਆ ਭਈ ਉਹ ਭਾਵੇਂ ਵਿਟਨੈਸ ਸੀਗੇ ਜਾਂ ਕੁਝ ਵੀ ਸੀਗੇ ਵੀ ਕੋਈ ਇਨਸੀਡੈਂਟ ਹੋਇਆ, 2 ਲੱਖ ਬੰਦੇ ਨੇ ਉਹਦਾ ਵਰਸ਼ਨ ਜਿਹੜਾ ਟ੍ਰਿਬਿਊਨ ਨੇ ਪੇਸ਼ ਕੀਤਾ ਉਹ ਪੜ੍ਹਿਆ, ਪਰ ਉਹ 2 ਬੰਦੇ ਵਿੱਚ ਐਸੇ ਆ ਵੀ ਜਿਨ੍ਹਾਂ ਦੇ ਸਾਹਮਣੇ ਉਹ ਇਨਸੀਡੈਂਟ ਹੋਇਆ, ਸੋ ਉਹਨਾਂ ਨੂੰ ਪਤਾ ਆ ਵੀ ਇਹ ਝੂਠ ਆ, ਏਦਾਂ ਨਹੀਂ ਹੋਇਆ, ਅਸੀਂ ਆਪਣੀ ਅੱਖੀ ਵੇਖਿਆ, ਏਦਾਂ ਹੋਇਆ। ਉਹਨਾਂ ਨੇ ਗਾਂ 2 ਬੰਦਿਆਂ ਨੂੰ ਦੱਸਿਆ, ਉਹ ਗੱਲ ਫੈਲਦੀ ਦੇਖੋ ਵੀ ਇਹ ਕਿੰਨੇ ਬੰਦਿਆਂ ਤੱਕ ਪਹੁੰਚ ਜਾਣੀ, ਵੀ ਭਾਵੇਂ ਉਹ 6 ਮਹੀਨੇ 'ਚ ਪਹੁੰਚ ਜਾਂ ਜਿੱਦਾਂ ਵੀ, ਪਰ ਮਤਲਬ ਇੱਕ ਜਿਹੜਾ ਸ਼ੱਕ ਆ, ਇੱਕ ਕੁਐਸਚਨ ਮਾਰਕ ਜਿਹੜਾ ਉਹ ਲੱਗ ਗਿਆ। ਬਿਲਕੁਲ। ਪਰ ਜਦੋਂ ਤੁਹਾਨੂੰ ਪਤਾ ਹੀ ਨਹੀਂਗਾ ਭਈ ਜੋ ਤੁਸੀਂ ਵੇਖਿਆ ਆ, ਸਹੀ ਗੱਲ ਹੈ, ਭਈ ਜਿਹਨੇ ਦੇਖਿਆ ਉਹਦੇ ਸਾਹਮਣੇ ਤੇ ਉਹ ਸੱਚਾਈ ਆ ਗਈ, ਬਾਕੀਆਂ ਦੇ ਸਾਹਮਣੇ ਕੰਪਲੀਟਲੀ ਡਿਫਰੈਂਟ ਜਿਹੜੀ ਪਿਕਚਰ ਆ ਵੀ ਉਹ ਪੇਸ਼ ਹੋ ਰਹੀ ਆ। ਤੇ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਇੱਕ ਦੂਜੇ ਨਾਲ ਵੀ ਹੁਣ ਦੁਨੀਆ ਜਿਹੜੀ 'ਚ ਅਸੀਂ ਰਹਿ ਰਹੇ ਆ, ਇੱਦਾਂ ਹੋ ਗਿਆ ਆ ਵੀ ਤੁਸੀਂ ਅੱਡ ਦੁਨੀਆ 'ਚ ਰਹਿ ਰਹੇ, ਮੈਂ ਅੱਡ ਦੁਨੀਆ 'ਚ ਰਹਿ ਰਿਹਾ। ਉਹ ਜਿਹੜੇ ਜਿਨ੍ਹਾਂ ਨੂੰ ਹੁਣ ਅੰਧ ਭਗਤ ਕਹਿੰਦੇ ਆ ਤੇ ਹੋਰ ਸਾਰਾ, ਉਹ ਅਸਲ 'ਚ ਉਹਨਾਂ ਦੀ ਦੁਨੀਆ ਹੀ ਡਿਫਰੈਂਟ ਆ। ਬਿਲਕੁਲ, ਉਹਨਾਂ ਨੂੰ ਦਿਖਾਇਆ ਹੀ ਉਹ ਜਾਂਦਾ ਆ, ਤਾਂ ਹੀ ਤੁਸੀਂ ਉਹਨਾਂ ਨੂੰ ਕਨਵਿੰਸ ਨਹੀਂ ਕਰ ਸਕਦੇ ਹੈਗੇ। ਸੋ ਉਹ ਸਾਰਾ ਕੁਝ ਜਿਹੜਾ ਆ ਵੀ ਉਹ ਇਸ ਹਿਸਾਬ ਨਾਲ ਸਮਝ ਆਉਣ ਲੱਗਦਾ। ਨਹੀਂ ਇਹਦਾ ਨੇਕੀ ਦਾ ਹਰਨੇਕ ਸਿੰਘ ਦਾ ਵੀ ਹੈਗਾ ਆ ਸਾਡੇ ਕੋਲ ਐਗਜ਼ਾਮਪਲ। ਹੁਣ ਸਾਨੂੰ ਪਤਾ ਹੈ ਇਹਦੀ ਸੱਚਾਈ ਕੀ ਹੈਗੀ ਹੈ, ਇਹਦੀ ਔਕਾਤ ਕੀ ਹੈਗੀ ਹੈ, ਤੇ ਜਿਹੜਾ ਚਿਹਰਾ ਇਹਦਾ ਸਰਕਾਰ ਵੱਲੋਂ ਪੇਸ਼ ਕੀਤਾ ਜਾਂਦਾ ਹੈ ਇੰਟਰਨੈਟ ਦੇ ਉੱਤੇ, ਫੇਸਬੁੱਕ ਦੇ ਉੱਤੇ ਜਾਂ ਯੂਟਿਊਬ ਦੇ ਉੱਤੇ ਜਾਂ ਬਾਕੀ ਹੋਰ ਸੋਸ਼ਲ ਮੀਡੀਆ ਦੇ ਬਾਰੇ ਸਾਰੀ ਦੁਨੀਆ ਨੂੰ, ਉਹ ਹੁਣ ਜਿਹੜੇ ਤੁਸੀਂ ਕਹਿੰਦੇ 2 ਬੰਦਿਆਂ ਨੂੰ ਪਤਾ ਹੈ ਸੱਚਾਈ ਕੀ ਹੈਗੀ ਹੈ। ਹੁਣ ਇੱਥੇ ਜਿਹੜੇ ਲੋਕਲ ਰਹਿੰਦੇ ਆ ਨਿਊਜ਼ੀਲੈਂਡ, ਜਿਹੜੇ ਨਾ ਵਾਕਿਫ ਨੇ, ਉਹਨਾਂ ਨੂੰ ਪਤਾ ਹੈ ਕਿ ਇਹ ਸੱਚਾਈ ਕੀ ਹੈਗੀ ਹੈ, ਕਿੰਨੇ ਕੁ ਜੋਗਾ ਹੈਗਾ, ਲੇਕਿਨ ਜਿਹੜਾ ਚਿਹਰਾ ਇਹਦਾ ਪੇਸ਼ ਕੀਤਾ ਜਾਂਦਾ ਉਹ ਬਿਲਕੁਲ ਹੀ ਝੂਠ ਪੇਸ਼ ਕੀਤਾ ਜਾਂਦਾ ਹੈਗਾ। ਉਹ ਸਾਰਾ ਕੁਝ ਬੜਾ ਮਤਲਬ ਇਹ ਜੁੜਦਾ ਹੈ ਸਾਰਾ ਕੁਝ ਇੱਕ ਦੂਜੇ ਨਾਲ। ਬਿਲਕੁਲ। ਉਹ ਸਾਰਾ ਕੁਝ ਜਿਹੜਾ ਆ ਵੀ ਭਾਈ ਵੀ ਆਪਣਾ ਆਲੇ ਦੁਆਲੇ ਧਿਆਨ ਜਿਹੜਾ ਸਾਨੂੰ ਸਾਰਿਆਂ ਨੂੰ ਹੀ ਰੱਖਣਾ ਪੈਣਾ। ਬਿਲਕੁਲ। ਨਹੀਂ ਤਾਂ ਸਾਨੂੰ ਪਤਾ ਵੀ ਨਹੀਂ ਲੱਗਣਾ ਵੀ ਸਾਡੀ ਬ੍ਰੇਨ ਵਾਸ਼ਿੰਗ ਹੋ ਗਈ ਹੈ। ਬਿਲਕੁਲ ਜੀ, ਬਿਲਕੁਲ। ਸੋ ਇੰਨਾ ਖਤਰਨਾਕ ਕਹ ਲਓ ਵੀ ਮਾਹੌਲ ਜਿਹੜਾ ਵੀ ਉਹ ਬਣ ਰਿਹਾ। ਅੱਗੇ ਉਹ ਲਿਖਦੇ ਨੇ ਜੀ ਵੀ ਇਹ ਜਿਹੜਾ ਨਾ ਆਪਣਾ ਗੁਰਦਿਆਲ ਕੰਵਲ ਜੀ, ਵੀ ਆਪਾਂ ਗੱਲ ਉੱਥੇ ਛੱਡੀ ਸੀ ਵੀ ਇਹ ਪੈਸੇ ਲੈ ਕੇ ਤੇ ਆਪਣੀ ਅਖਬਾਰ ਜਿਹੜੀ ਨਵੀਂ ਧਰਤੀ ਕਰਕੇ ਸੀਗੀ ਵੀ ਉਹਦੇ ਵਿੱਚ ਵੀ ਇੰਡੀਅਨ ਸਰਕਾਰ ਤੇ ਇੰਡੀਅਨ ਏਜੰਸੀਆਂ ਦੇ ਹੱਕ ਵਾਲੇ ਜਿਹੜੇ ਹੁੰਦੇ ਸੀਗੇ ਖਬਰਾਂ ਜਾਂ ਏਜੰਡੇ ਦੇ ਮੁਤਾਬਕ ਖਬਰਾਂ ਜਿਹੜੀਆਂ ਵੀ ਉਹ ਛਾਪਦਾ ਹੈ। ਬਿਲਕੁਲ। He described how several of the refugees were given passports by Ahluwalia, backdated by as much as 5 years, so that they could seek amnesty under a Canadian program to legalize illegal aliens. ਸੋ ਮਤਲਬ ਵੀ ਉਹਨਾਂ ਦਾ ਕੋਈ ਪ੍ਰੋਗਰਾਮ ਸੀਗਾ ਜਿਹਦੀ ਕੰਡੀਸ਼ਨ ਸ਼ਾਇਦ ਇਹ ਸੀਗੀ ਵੀ ਜੇ ਤੁਸੀਂ 5 ਸਾਲ ਤੋਂ ਕੈਨੇਡਾ ਦੇ ਵਿੱਚ ਆ ਜੀ ਤੇ ਉਹ ਤੁਸੀਂ ਆਹ ਕਰ ਸਕਦੇ ਆ, ਤੇ ਉਹਨੇ ਮਤਲਬ ਕਿ ਅਪਲਾਈ ਕਰ ਸਕਦੇ ਆ ਐਮਨੈਸਟੀ ਲਈ ਜਾਂ ਜਿੱਦਾਂ ਵੀ। ਤੇ ਇਹਨੇ ਜਿਹੜਾ ਸੀਗਾ ਦਵਿੰਦਰ ਆਹਲੂਵਾਲੀਆ ਵੀ ਇਹਨੇ ਜਿਹੜੇ ਰਿਫਿਊਜੀ ਸੀਗੇ ਕਈ ਵੀ ਉਹਨਾਂ ਨੂੰ 5-5 ਸਾਲ ਪੁਰਾਣੇ ਵੀ ਪਾਸਪੋਰਟ ਜਿਹੜੇ ਆ ਵੀ ਉਹ ਇਸ਼ੂ ਕੀਤੇ। ਔਰ ਇੱਥੋਂ ਤੁਹਾਨੂੰ ਸਰਕਾਰ ਦੀ ਜਿਹੜੀ ਤਾਕਤ ਆ ਉਹਦਾ ਵੀ ਪਤਾ ਲੱਗਦਾ ਆ ਵੀ ਜਦੋਂ ਤਾਕਤ ਜਿਹੜੀ ਪਾਸਪੋਰਟ ਬਣਾਉਣੇ ਦੀ ਸਰਕਾਰ ਕੋਲੇ ਆ, ਬਿਲਕੁਲ ਤੇ ਉਹਨਾਂ ਨੇ ਤੇ ਲਿਖਣਾ ਹੀ ਆ ਨਾ। ਬਿਲਕੁਲ।
ਰਿਕਾਰਡ ਸਰਕਾਰ ਦੇ ਆ ਕੇ ਥੋੜੀ ਕਿਸੇ ਨੇ ਚੈੱਕ ਕਰਨੇ ਆ, ਉਹਨਾਂ ਦਾ ਪਾਸਪੋਰਟ ਹੀ ਦੇਖਣਾ ਹੈ, ਉਹਨਾਂ ਪਾਸਪੋਰਟ ਹੀ ਵੇਖਣਾ। ਬਿਲਕੁਲ। ਤੇ ਜੇ ਮੰਨ ਲਓ ਵੀ ਕੈਨੇਡੀਅਨ ਗਵਰਨਮੈਂਟ ਨੇ ਇੰਡੀਅਨ ਗਵਰਨਮੈਂਟ ਨੂੰ ਕਿਹਾ ਵੀ ਆ ਪਾਸਪੋਰਟ ਅਥੈਂਟੀਕੇਟ ਕਰਿਓ, ਵੀ ਦੱਸਿਓ ਵੀ ਇਹ ਸਹੀ ਆ ਕਿ ਗਲਤ ਆ, ਬਿਲਕੁਲ। ਇੰਡੀਅਨ ਗਵਰਨਮੈਂਟ ਨੇ ਪਾਸਪੋਰਟ ਜਾਰੀ ਕੀਤਾ, ਉਹਨਾਂ ਨੇ ਕਹਿਣਾ ਹਾਂ ਠੀਕ ਆ ਜੀ ਬਿਲਕੁਲ ਸਹੀ ਆ। ਮਤਲਬ ਕਿੱਡਾ ਵੱਡਾ ਘਪਲਾ ਹੈਗਾ, ਕਿੱਡਾ ਵੱਡਾ ਫਰਾਡ ਹੈਗਾ। ਔਰ ਉਹਨਾਂ ਨੂੰ ਪਤਾ ਆ ਇਹ ਤਾਕਤਾਂ ਦਾ, ਤਾਂ ਹੀ ਉਹਨਾਂ ਨੂੰ ਇਹ ਡਰ ਰਹਿੰਦਾ ਵੀ ਜਦੋਂ ਸਿੱਖ ਆਪਣਾ ਆਜ਼ਾਦ ਮੁਲਕ ਮੰਗਦੇ ਆ ਜੀ ਤੇ ਕਿਉਂ ਅਪੋਜ਼ ਕਰਦੇ ਆ, ਕਿਉਂਕਿ ਉਹਨਾਂ ਨੂੰ ਪਤਾ ਆ ਵੀ ਜੇ ਤਾਕਤਵਰ ਹੋਈ ਗਏ ਬਿਲਕੁਲ ਤੇ ਇਹਨਾਂ ਦੀ ਤਾਕਤ ਜਿਹੜੀ ਆ ਉਹ ਘਟਦੀ ਆ। ਬਿਲਕੁਲ। ਸੋ ਉਹ ਸਾਰਾ ਕੁਝ ਭਾਈ ਵੀ ਦਿਮਾਗ ਦੇ ਵਿੱਚ ਰੱਖੋ ਇਹ। ਸੋ ਅੱਗਿਓਂ ਫਿਰ ਉਹ ਲਿਖਦਾ ਆ ਭਈ ਇਹ ਕਮਲ ਜਿਹੜਾ ਆ ਗੁਰਦਿਆਲ ਕਮਲ ਵੀ ਉਹ ਸਟੇਟਮੈਂਟ ਦਿੰਦਾ ਆਹਲੂਵਾਲੀਏ ਬਾਰੇ ਭਈ ਹੀ ਵਾਜ਼ ਅ ਫਰੈਂਡ ਆਫ ਦਾ ਸਿੱਖਸ, ਹੀ ਵਾਜ਼ ਨਾਟ ਅ ਸਪਾਈ। ਮਤਲਬ ਵੀ ਉਹ ਸਿੱਖਾਂ ਦਾ ਦੋਸਤ ਸੀਗਾ, ਜਸੂਸ ਨਹੀਂ। ਪਰ ਹੁਣ ਤੁਸੀਂ ਇਹ ਸੋਚੋ ਜਿਹੜੀ ਸਰਕਾਰ 1981-82 ਦੇ ਵਿੱਚ ਸਿੱਖਾਂ ਨੂੰ ਅੱਤਵਾਦੀ ਤੇ ਹੋਰ ਸਾਰੇ ਲਕਬ ਜਿਹੜੇ ਆ ਵੀ ਉਹਨਾਂ ਦੇ ਨਾਲ ਸੰਬੋਧਨ ਕਰ ਰਹੀ ਜੀ ਤੇ ਫੌਜ ਚੜਾਉਣ ਤੱਕ ਜਾ ਰਹੀ ਸੀ, ਬਿਲਕੁਲ, ਉਹਨੇ ਜਿਹੜਾ ਸਿੱਖਾਂ ਦਾ ਦੋਸਤ ਆ ਉਹਨੂੰ ਕੈਨੇਡਾ ਦੇ ਵਿੱਚ ਭੇਜ ਦਿੱਤਾ ਸੈਕੰਡ ਕਾਉਂਸਲ ਦੇ ਵਾਈਸ ਕਾਉਂਸਲ ਦੇ ਅਹੁਦੇ ਦੇ ਉੱਤੇ। ਤੇ ਉਹ ਕਿੰਨੀ ਕਹੇ ਵੀ ਇਹ ਬਲੀਵੇਬਲ ਗੱਲ ਹੋਊਗੀ। ਬਿਲਕੁਲ ਬਿਲਕੁਲ। ਸੋ ਉੱਥੋਂ ਹੀ ਜਿਹੜਾ ਆ ਵੀ ਉਹ ਗੱਲ ਕਲੀਅਰ ਹੋ ਜਾਣੀ ਚਾਹੀਦੀ ਆ ਵੀ ਅਸਲੀਅਤ ਕੀ। ਸਹੀ ਗੱਲ। Ahluwalia, however, confided to one Sikh associate in Toronto that he worked for a branch of the Indian military intelligence and had at one time been stationed undercover in Tibet. ਯਾਨੀ ਕਿ ਤਿੱਬਤ ਦੇ ਵਿੱਚ ਭਈ ਇਹ ਆਪਣਾ ਜਸੂਸ ਵਜੋਂ ਕੰਮ ਕਰ ਚੁੱਕਿਆ ਸੀ ਆਹਲੂਵਾਲੀਆ। After his arrival in Toronto, he began approaching leaders of the Sikh community with the idea of organizing them into separatist support groups under his control. ਸੋ ਹੁਣ ਮਤਲਬ ਵੀ ਇਹਨੂੰ ਚੰਗੀ ਤਰ੍ਹਾਂ ਸਮਝ ਲਓ ਭਾਈ ਜੀ। ਤੇ ਉਹ ਕਹਿੰਦੇ ਵੀ ਆਫਟਰ ਹਿਜ਼ ਅਰਾਈਵਲ ਇਨ ਟੋਰਾਂਟੋ ਆਉਣ ਤੋਂ ਬਾਅਦ he ਯਾਨੀ ਕਿ ਦਵਿੰਦਰ ਆਹਲੂਵਾਲੀਆ began approaching leaders of the ਸਿੱਖ ਕਮਿਊਨਿਟੀ ਦੇ ਵਿੱਚ ਜਿਹੜੇ ਸਿਰ ਕੱਢ ਬੰਦੇ ਹੈਗੇ ਉਹਨਾਂ ਨੂੰ ਅਪਰੋਚ ਕਰਨਾ ਸ਼ੁਰੂ ਕੀਤਾ ਉਹਨੇ with the idea of organizing them into separatist support groups under his control. ਯਾਨੀ ਕਿ ਭਈ ਜਿਹੜੇ ਖਾਲਿਸਤਾਨ ਦੀ ਮੰਗ ਕਰਦੇ ਹੈਗੇ ਉਹਨਾਂ ਦੇ ਸਪੋਰਟ ਦੇ ਜਿਹੜੇ ਵੱਖ-ਵੱਖ ਗਰੁੱਪ ਸੀਗੇ ਬਿਲਕੁਲ ਉਹ ਇਹਨੇ ਕਾਇਮ ਕਰਨੇ ਲਈ ਲੋਕ ਜਿਹੜੇ ਸਾਡੀ ਕਮਿਊਨਿਟੀ ਦੇ ਲੀਡਰ ਸੀਗੇ ਉਹਨਾਂ ਨੂੰ ਅਪਰੋਚ ਕੀਤਾ ਆਹਲੂਵਾਲੀਆ ਨੇ ਵੀ ਆਪਾਂ ਗਰੁੱਪ ਬਣਾਈਏ ਵੀ ਜਿੱਦਾਂ ਮੰਨ ਲਓ ਵੀ ਇਹ ਵੀ ਜਿਹੜਾ ਅਖਬਾਰਾਂ ਦੇ ਕੋਈ ਐਡੀਟਰ ਲੈ ਕੇ ਉਹਨੂੰ ਇਹ ਕਿਹਾ ਵੀ ਤੂੰ ਆਪਣੀ ਅਖਬਾਰ ਰਾਹੀਂ ਸਪੋਰਟ ਕਰਨੀ ਹੈ, ਜਿਹੜਾ ਕੋਈ ਗੁਰਦੁਆਰਿਆਂ ਦਾ ਹੈਗਾ ਆ ਵੀ ਉਹਨੂੰ ਕਿਹਾ ਵੀ ਤੂੰ ਆਪਣੇ ਗੁਰਦੁਆਰਿਆਂ ਰਾਹੀਂ ਕਰਨੀ ਹੈ, ਜਿਹੜਾ ਕੋਈ ਕਿਸੇ ਹੋਰ ਅਹੁਦੇ ਦੇ ਉੱਤੇ ਆ ਜਾਂ ਕਿਸੇ ਹੋਰ ਪੋਜੀਸ਼ਨ ਦੇ ਵਿੱਚ ਆ ਜਾਂ ਮੰਨ ਲਓ ਕਿਸੇ ਟੈਕਸੀ ਯੂਨੀਅਨ ਦਾ ਪ੍ਰਧਾਨ ਆ ਉਹਨੂੰ ਕਿਹਾ ਵੀ ਤੂੰ ਆਪਣੀ ਜਿਹੜੀ ਯੂਨੀਅਨ ਆ ਵੀ ਉਹਦੇ ਵਿੱਚ ਜਿਹੜੀ ਆ ਵੀ ਉਹਦੇ ਰਾਹੀਂ ਭਈ ਜਿਹੜੇ ਖਾਲਿਸਤਾਨ ਦੀ ਮੰਗ ਕਰਦੇ ਆ ਵੀ ਉਹਨਾਂ ਦੀ ਸਪੋਰਟ ਕਰਦੇ ਆ। ਹੁਣ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਅਦ ਤੁਸੀਂ ਇਹ ਅੰਦਾਜ਼ਾ ਲਾਓ ਭਈ ਜਿਹੜਾ ਖਾਲਿਸਤਾਨ ਦਾ ਸਾਰਾ ਪ੍ਰੋਜੈਕਟ ਸੀਗਾ ਉਹ ਕਿਸ ਹਿਸਾਬ ਦੇ ਨਾਲ ਹਰ ਪਾਸਿਓਂ ਸਰਕਾਰ ਦੇ ਕੰਟਰੋਲ ਦੇ ਵਿੱਚ ਬਿਲਕੁਲ ਔਰ ਉਹਨੂੰ ਵਰਤਿਆ ਜਾ ਰਿਹਾ ਸੀਗਾ ਸਿੱਖਾਂ ਨੂੰ ਅੱਤਵਾਦੀ ਵੱਖਵਾਦੀ ਤੇ ਹੋਰ ਬਦਨਾਮ ਸਾਰਾ ਕੁਝ ਜਿਹੜਾ ਬਦਨਾਮ ਕਰਨ ਲਈ ਔਰ ਪੂਰੀ ਦੁਨੀਆ ਦੇ ਵਿੱਚ ਭਈ ਇੱਕ ਤਰ੍ਹਾਂ ਨਾਲ ਕਹੋ ਵੀ ਕ੍ਰਿਮੀਨਲ ਸਾਬਤ ਕਰਨ ਲਈ। ਔਰ ਜਿਹੜੇ ਬੰਦੇ ਬਕਵਾਸ ਕਰਦੇ ਆ ਜ਼ਾਹਰ ਨਹੀਂ ਕਰਗੇ ਭਈ ਅਖੇ ਭਈ ਜੀ ਅਖੇ ਉਹ ਸਰਕਾਰ ਨਾਲ ਮੱਥਾ ਲਾ ਲਿਆ ਜਾਂ ਐਂ ਕਰ ਲਿਆ ਉਹ ਕਰ ਲਿਆ ਆ ਪੜ੍ਹ ਲਾ ਇਹ ਸੱਚਾਈ ਆ ਇਹਨਾਂ ਬਾਰੇ ਬੋਲ ਉਹਦਾ ਜਿੱਦਾਂ ਝੂਠ ਹੀ ਬੋਲਣਾ ਜੀ ਝੂਠ ਬੋਲਣਾ ਬਕਵਾਸ ਕਰਨੀ ਸਰਕਾਰ ਦੇ ਹੱਕ ਦੇ ਵਿੱਚ ਬਸ ਕਹ ਲਓ ਪੂਛ ਲਾਉਣੀ ਆ ਉਹ ਹਿਲਾਈ ਜਾਣੀ ਆ ਜੀ ਬਿਲਕੁਲ। ਸੋ ਇਸ ਕਰਕੇ ਵੀ ਸੱਚਾਈ ਨਾਲ ਤੇ ਲੈਣਾ ਦੇਣਾ ਕੋਈ ਨਹੀਂ ਇਹਨਾਂ ਬੰਦਿਆਂ ਦਾ ਦੂਰ ਤੱਕ ਨਹੀਂ। ਸੋ ਉਹ ਦੇਖੋ ਵੀ ਮਤਲਬ ਭਈ ਜਿਹੜੇ ਸਪੋਰਟ ਗਰੁੱਪ ਕਾਇਮ ਕੀਤੇ ਜਾ ਰਹੇ ਆ ਉਹ ਸਰਕਾਰ ਦਾ ਆਪਣਾ ਬੰਦਾ ਜਿਹੜਾ ਆ ਇੰਡੀਅਨ ਗਵਰਨਮੈਂਟ ਦਾ ਉਹ ਆਪ ਉੱਥੇ ਭੇਜਿਆ ਗਿਆ ਔਰ ਉਹ ਇਹ ਕੰਮ ਜਿਹੜਾ ਆ ਵੀ ਉੱਥੇ ਸਿਰੇ ਚਾੜਨ ਦਿਆ ਬਿਲਕੁਲ ਔਰ ਉਹਦੇ ਸਾਰੇ ਦੇ ਵਿੱਚ ਜਿਹੜਾ ਮੋਢੀ ਬਣਾ ਕੇ ਛੱਡਿਆ ਆ ਉਹਨਾਂ ਨੇ ਉਹ ਜਗਜੀਤ ਚੌਹਾਨ। ਸੋ ਅੱਗੇ ਫਿਰ ਉਹ ਲਿਖਦੇ ਨੇ ਜੀ ਭਈ ਇਟ ਬੋਦਰਡ ਮੀ that he was bent on organizing the Sikhs in this fashion, said one Sikh, a well-placed professional who interpreted Ahluwalia's suggestion as a means of splintering the community and rendering it powerless. ਜੀ ਯਾਨੀ ਕਿ ਇੱਕ ਸਿੱਖ ਵਿੱਚੋਂ ਉਹਨੂੰ ਕੋਟ ਕਰਦੇ ਆ
ਵੀ ਉਹ ਕਹਿੰਦਾ ਵੀ ਮੈਨੂੰ ਇਹ ਬਹੁਤ ਚੀਜ਼ ਬੌਦਰ ਕਰ ਰਹੀ ਸੀਗੀ, ਦੁਖੀ ਕਰ ਰਹੀ ਸੀ ਵੀ ਜਿਹੜੀ ਵੀ ਇਹ ਕੋਸ਼ਿਸ਼ਾਂ ਜਿਹੜੀਆਂ ਆਹਲੂਵਾਲੀਏ ਦੀਆਂ ਵੀ ਉਹ ਚੱਲਣ ਦੀਆਂ ਵੀ ਉਹ ਕਹਿੰਦਾ ਵੀ ਮੈਨੂੰ ਇਹ ਲੱਗ ਰਿਹਾ ਸੀਗਾ ਵੀ ਇਹ ਕੋਸ਼ਿਸ਼ਾਂ ਜਿਹੜੀਆਂ ਆ ਵੀ ਇਹਨਾਂ ਦਾ ਟੀਚਾ ਇਹ ਆ ਵੀ ਕਮਿਊਨਿਟੀ ਨੂੰ ਕਈ ਭਾਗਾਂ ਦੇ ਵਿੱਚ ਵੰਡ ਦਿੱਤਾ ਜਾਵੇ, ਵੀ ਆਪਸੀ ਜਿਹੜੀਆਂ ਵਿਰੋਧੀ ਹੋਣ ਧੜਿਆਂ 'ਚ ਵੰਡ ਦਿੱਤਾ ਜਾਵੇ। ਔਰ ਉਹ ਕੰਮ ਜਿਹੜਾ ਨਿਊਜ਼ੀਲੈਂਡ ਦੇ ਵਿੱਚ ਅਸੀਂ ਵੇਖਿਆ ਹੋਇਆ, ਕਿਉਂਕਿ ਜਿਹੜੇ ਕੱਲ੍ਹ ਖਾਲਿਸਤਾਨੀ ਸੀਗੇ ਅੱਜ ਉਹ ਭਾਰਤ ਸਰਕਾਰ ਦੇ ਕੌਂਸਲ ਦੇ ਵਿੱਚ ਜਾ ਕੇ ਇੰਡੀਆ ਦੇ ਝੰਡੇ ਵੀ ਚਲਾ ਜਾਂਦੇ ਆ। ਸੋ ਉਹ ਸਾਰਾ ਕੁਝ ਜਿਹੜਾ ਨਾ ਵੀ ਜਿਹੜੇ ਬਦਲੇ ਹੋਏ ਰੂਪ ਆ ਉਹ ਸਾਰਾ ਕੁਝ ਹੀ ਤੁਹਾਨੂੰ ਜਿਹੜਾ ਆ ਵੀ ਉਹ ਦੱਸ ਦਿੰਦੇ ਆ ਵੀ ਸੱਚਾਈ ਕਿੱਥੇ ਕੀ ਆ ਇਹਨਾਂ ਬੰਦਿਆਂ ਦੀ। ਬਿਲਕੁਲ। ਸੋ ਇਹ ਚੀਜ਼ਾਂ ਜਿਹੜੀਆਂ ਆ ਵੀ ਭਾਈ ਧਿਆਨ 'ਚ ਰੱਖਣ ਵਾਲੀਆਂ ਆ, ਕਿਉਂਕਿ ਜਿੰਨੀ ਦੇਰ ਤੱਕ ਜੇ ਕਿਸੇ ਨੇ ਮੰਨ ਲਓ ਭਈ ਰੂਪ ਅੱਜ ਬਦਲਿਆ ਆ, ਜਿੰਨੀ ਦੇਰ ਤੱਕ ਉਹ ਪਬਲਿਕਲੀ ਇਹ ਐਕਸੈਪਟ ਨਹੀਂ ਨਾ ਕਰਦਾ ਵੀ ਹਾਂ ਠੀਕ ਆ ਵੀ ਕੱਲ੍ਹ ਤੱਕ ਮੈਂ ਸਪੋਰਟ ਕਰਦਾ ਸੀ ਜਾਂ ਵਿਰੋਧ ਕਰਦਾ ਸੀ, ਅੱਜ ਮੈਂ ਸਪੋਰਟ ਕਰ ਰਿਹਾ ਜਾਂ ਵਿਰੋਧ ਕਰ ਰਿਹਾ, ਸੋ ਉਸ ਚੀਜ਼ ਦਾ ਵੀ ਕੱਲ੍ਹ ਵਾਲੇ ਦਾ ਵੀ ਲੌਜਿਕ ਦੇਵੇ ਕਿਉਂ ਕਰ ਰਿਹਾ ਸੀ ਕੱਲ੍ਹ ਉਹ ਕੰਮ, ਤੇ ਅੱਜ ਉਹ ਕਿਉਂ ਬਦਲ ਗਿਆ ਆ ਉਹਦਾ ਵੀ ਲੌਜਿਕ ਦੇਵੇ। ਸਹੀ ਗੱਲ। ਸੋ ਜਿੰਨੀ ਦੇਰ ਜੇ ਉਹ ਨਹੀਂ ਮਿਲ ਰਿਹਾ ਤੇ ਫਿਰ ਭਾਈ ਇਹੀ ਸੋਚੋ ਵੀ ਪਿੱਛੇ ਚਲਾਣੇ ਵਾਲੇ ਕੋਈ ਹੋਰ ਨੇ, ਵੀ ਇਹਨਾਂ ਨੂੰ ਤੇ ਵੀ ਪਿਆਦਿਆਂ ਵਾਂਗ ਵੀ ਜਿਹੜੇ ਸ਼ਤਰੰਜ ਦੇ ਬੋਰਡ ਦੇ ਉੱਤੇ ਭਈ ਜਿਸ ਮੁਕਾਮ ਦੇ ਉੱਤੇ ਰੱਖ ਦਿੱਤਾ ਜਾਂਦਾ ਉੱਥੇ ਉਹ ਫਿਰ ਉਹਨਾਂ ਤੋਂ ਉਹ ਕੰਮ ਲੈ ਲਿਆ ਜਾਂਦਾ ਹੈ। ਬਿਲਕੁਲ। ਅੱਗੇ ਲਿਖਦੇ ਨੇ ਜੀ ਭਈ ਆਹਲੂਵਾਲੀਆ ਆਸਕਡ the same Sikh to move his business office next door to the Indian consulate at Yonge and Bloor streets। ਯਾਨੀ ਕਿ ਵੀ ਹੁਣ ਇਸੇ ਨੂੰ ਹੀ ਉਹਨਾਂ ਨੇ ਜਿਹੜੇ ਸਿੱਖ ਨੂੰ ਉਹ ਕੋਟ ਕਰ ਰਹੇ ਨਾ ਵੀ ਉਹਨੂੰ ਪ੍ਰੋਬਲਮ ਸੀ ਆਹਲੂਵਾਲੀਏ ਦੇ ਕੰਮਾਂ ਤੋਂ ਜੀ, ਤੇ ਆਹਲੂਵਾਲੀਏ ਨੇ ਉਹਨੂੰ ਕਿਹਾ ਵੀ ਤੂੰ ਆਪਣਾ ਜਿਹੜਾ ਬਿਜ਼ਨਸ ਦਾ ਆਫਿਸ ਆ ਵੀ ਉਹਨੂੰ ਵੀ ਉੱਥੋਂ ਜਿੱਥੇ ਪਹਿਲਾਂ ਸੀਗਾ ਵੀ ਉੱਥੋਂ ਚੱਕ ਕੇ ਤੇ ਜਿਹੜਾ ਇੰਡੀਅਨ ਕੌਂਸਲੇਟ ਆ ਵੀ ਉਹਦੇ ਨਾਲ ਲੈ ਕੇ ਆ ਜਾ। ਇਨ ਵਾਟ ਵਾਜ਼ ਐਕਚੁਅਲੀ ਅ ਪੂਅਰਲੀ ਡਿਸਗਾਈਜ਼ਡ ਅਟੈਂਪਟ ਐਟ ਬ੍ਰਾਈਬਰੀ, ਆਹਲੂਵਾਲੀਆ ਪ੍ਰੋਮਿਸਡ ਹਿਮ ਦੈਟ ਦੀ ਕੌਂਸਲੇਟ ਵੁੱਡ ਪ੍ਰੋਵਾਈਡ all the business he needed। ਮਤਲਬ ਭਾਈ ਅਗਲੇ ਸਮਝਦੇ ਆ ਵੀ ਸਿਰਫ ਟੁੱਕੜ ਦੇ ਸਾਈਜ਼ ਦਾ ਫਰਕ ਹੁੰਦਾ ਆ, ਹਰੇਕ ਜਿਹੜਾ ਆ ਉਹ ਬਕਾਊ ਬੈਠਾ। ਹੁਣ ਜਦੋਂ ਕੋਈ ਗੁਰੂ ਦਾ ਸਿੱਖ ਜਿਹੜਾ ਟੱਕਰ ਜਾਵੇ ਫਿਰ ਉਹਨਾਂ ਨੂੰ ਪ੍ਰੋਬਲਮ ਹੋ ਜਾਂਦੀ, ਫਿਰ ਉਹਨੂੰ ਉਹ ਜਾਨੋਂ ਮਾਰਨ ਤੱਕ ਵੀ ਉਸ ਹਿਸਾਬ ਨਾਲ ਚੱਲ ਜਾਂਦੇ ਆ ਵੀ ਜੇ ਇਹ ਨਹੀਂ ਝੁਕ ਰਿਹਾ ਇਹਨੂੰ ਮਾਰ ਹੀ ਦਿਓ ਫਿਰ। ਉਹ ਅੱਗੇ ਫਿਰ ਉਹ ਲਿਖਦੇ ਆ ਵੀ meanwhile don't get involved in Sikh affairs, the Sikh quotes him as advising। ਆਹਲੂਵਾਲੀਆ ਇਹਨੂੰ ਕਹਿ ਰਿਹਾ ਭਈ ਸਿੱਖ ਜਿਹੜੇ ਕਮਿਊਨਿਟੀ ਦੇ ਕੰਮ ਆ ਵੀ ਉਹਨਾਂ ਦੇ ਵਿੱਚ ਇਨਵੋਲਵ ਨਾ ਹੋਈ। I will train you and then I will tell you when to get involved in Sikh affairs। ਜੀ ਹੁਣ ਮਤਲਬ ਭਈ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਭਈ ਕੀ ਇਹ ਡਰਾਮੇ ਚੱਲਦੇ ਆ ਤੇ ਕਿੱਦਾਂ ਉਹ ਇਸ ਬੰਦੇ ਨੂੰ ਵੀ ਆਪਣੀ ਅਸਾਮੀ ਜਾਂ ਆਪਣਾ ਪਿਆਦਾ ਬਣਾਉਣ ਨੂੰ ਭਈ ਉਹ ਰਿਕਰੂਟ ਕਰਨ ਲਈ ਲੱਗਾ ਹੋਇਆ। ਹੁਣ ਕਿੰਨੇ ਬੰਦੇ ਇੱਥੇ ਰਿਕਰੂਟ ਹੋਏ ਹੋਣੇ ਨਿਊਜ਼ੀਲੈਂਡ ਦੇ ਵਿੱਚ, ਅੱਜ ਹੋ ਰਹੇ ਕੱਲ੍ਹ ਹੋ ਰਹੇ, ਸਾਨੂੰ ਕੀ ਪਤਾ। ਬਿਲਕੁਲ। ਸੋ ਉਹ ਸਾਰਾ ਕੁਝ ਜਿਹੜਾ ਆ ਨਾਲੇ ਉਹਨਾਂ ਕੋਲ ਤਰੀਕੇ ਵੀ ਹੁੰਦੇ ਆ ਨਾ ਭਾਈ, ਜਿੱਦਾਂ ਉਹਨੇ ਉਹਨੂੰ ਬਰਾਈਬਰੀ ਦੇ ਦਿੱਤੀ ਕਿ ਤੂੰ ਉੱਥੇ ਦੁਕਾਨ ਉੱਥੋਂ ਦੀ ਚੱਕ ਕੇ ਉੱਥੇ ਲੈ ਆ, ਉਹਨੂੰ ਸਿੱਧਾ ਨਹੀਂ ਕਿਹਾ ਨਾ, ਉਹ ਤਰੀਕੇ ਵੀ ਹੁੰਦੇ ਉਹਨਾਂ ਕੋਲ ਕਿਸ ਹਿਸਾਬ ਨਾਲ ਉਹਨੂੰ ਮੋਲਡ ਕਰਨਾ ਹੈਗਾ। ਬਿਲਕੁਲ ਬਿਲਕੁਲ। ਆ ਤੁਸੀਂ ਇੱਥੇ ਦੇਖ ਲਓ ਆਪਣਾ ਨਿਊਜ਼ੀਲੈਂਡ ਦੇ ਵਿੱਚ ਜਿੱਦਾਂ ਹੁਣ ਬੈਂਕ ਦੀ ਲੈ ਲਓ ਐਗਜ਼ਾਮਪਲ ਜੀ, ਵੀ ਬੈਂਕ ਆਫ ਬੜੌਦਾ ਆ, ਇੰਡੀਅਨ ਬੈਂਕ ਆ, ਹੋਰ ਜਿਹੜੇ ਬੈਂਕ ਆ ਦੂਸਰਾ SBI ਆ ਜੀ। ਹੁਣ ਜਦੋਂ ਤੁਸੀਂ ਨਾ ਦੇਖਦੇ ਆ ਵੀ ਅੱਛਾ ਵੀ ਇਹ ਕਿਹੜੀਆਂ ਬਿਲਡਿੰਗਾਂ ਦੇ ਵਿੱਚ ਬੈਠੇ ਨੇ, ਕਿਹਨੂੰ ਕਰਾਇਆ ਜਾ ਰਿਹਾ ਔਰ ਕੀ ਹਿਸਾਬ ਕਿਤਾਬ ਸਾਰਾ ਚੱਲਦਾ ਪਿਆ, ਤੁਹਾਨੂੰ ਉੱਥੋਂ ਅੰਦਾਜ਼ਾ ਹੋਣ ਲੱਗ ਪੈਂਦਾ ਆ ਵੀ ਅੱਛਾ ਵੀ ਕੌਣ ਕਿਹਦੇ ਪੇਰੋਲ ਦੇ ਉੱਤੇ ਹੈਗਾ ਆ, ਕਿਉਂਕਿ ਇਹ ਫੈਸਲੇ ਸਰਕਾਰ ਦੇ ਆ। ਬਿਲਕੁਲ। ਉਹਨਾਂ ਨੇ ਕਰਾਉਣੇ ਆ, ਉਹਨਾਂ ਦੇ ਬਜਟ ਦੇ ਵਿੱਚੋਂ ਨਿਕਲ ਰਿਹਾ ਸਭ ਕੁਝ। ਸੋ ਉੱਥੋਂ ਤੁਹਾਨੂੰ ਅੰਦਾਜ਼ਾ ਹੋ ਜਾਣਾ ਵੀ ਇਹ ਕੀ ਚੱਲਦਾ। Ahluwalia also failed in an attempt to cause the demise of the Sikh weekly newspaper The Spokesman। ਇਹ ਵੀ ਕਹਾਣੀ ਜਿਹੜੀ ਆ ਨਾ ਇਹ ਵੀ ਤੁਸੀਂ ਹੁਣ ਦੇਖਿਓ ਜਰਾ ਭਈ ਆਪਾਂ ਜੇ ਉਹੀ ਸਪੋਕਸਮੈਨ ਆ ਜਿਹੜਾ ਅੱਜ ਕੱਲ੍ਹ ਚੱਲਦਾ ਆ ਤੇ ਇਹ ਵੀ ਤੁਹਾਨੂੰ ਆਪਾਂ ਕਿਸੇ ਟਾਈਮ ਦੇ ਉੱਤੇ ਇਹਦੇ 'ਚ ਸੁਣਾ ਦਿੰਦੇ ਹਾਂ। It had been started by a group of prominent Sikhs as an alternative voice to the mainstream media after the 1984 Indian Army assault on the Golden Temple। ਇਹ ਚੰਡੀਗੜ੍ਹ ਵਾਲਾ ਹੀ ਹੈ, ਆਪਣਾ ਕੈਨੇਡਾ ਵਾਲਾ ਹੀ ਹੈ ਜੀ। ਇਹ ਇੰਡੀਆ ਵਾਲਾ ਸਪੋਕਸਮੈਨ ਨੀਗਾ ਉਹ, ਕਿਉਂਕਿ ਇੰਡੀਆ ਵਾਲਾ ਜਿਹੜਾ ਸਪੋਕਸਮੈਨ ਆ ਉਹ ਜਿਹੜਾ ਸੀ ਨਾ ਹੁਕਮ ਸਿੰਘ 47 ਤੋਂ ਪਹਿਲਾਂ ਤੱਕ ਤੇ SGPC ਤੇ ਸਿੱਖ ਅਫੇਅਰਸ ਦੇ ਵਿੱਚ ਚੰਗਾ ਲੀਡਰ ਮੰਨਿਆ ਜਾਂਦਾ ਸੀ ਜੀ। ਤੇ 47 ਤੋਂ ਬਾਅਦ ਫਿਰ ਉਹ ਕਾਂਗਰਸ ਦੇ ਵਿੱਚ ਚਲ ਗਿਆ ਹੈਗਾ ਤੇ ਕਾਂਗਰਸ ਦੇ ਵਿੱਚ MP ਵੀ ਰਿਹਾ ਤੇ ਲੋਕ ਸਭਾ ਦਾ ਸਪੀਕਰ ਵੀ ਰਿਹਾ ਹੈ ਜੀ। ਤੇ ਉਹਨੇ 1954 ਦੇ ਵਿੱਚ ਸ਼ੁਰੂ ਕੀਤਾ ਸੀ ਸਪੋਕਸਮੈਨ।
ਜਿਹੜਾ ਅੱਜ ਸਾਂਭੀ ਬੈਠਾ ਆ ਵੀ ਇਹ ਤੇ ਕਹਿ ਲਓ ਵੀ ਹੜੱਪਿਆ ਹੀ ਹੋਇਆ ਇਹਨੇ। ਠੀਕ ਹੈ। ਤੇ ਇਹਦੀ ਵੀ ਕਹਾਣੀ ਕਿਸੇ ਟਾਈਮ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਇੱਥੇ ਉਹ ਲਿਖਦੇ ਨੇ ਜੀ ਵੀ although popular for its strong criticism of the Indian government, it was constantly on the brink of financial disaster. It would not be compromised by accepting advertising, including lucrative offers from the government-owned State Bank of India, and was kept alive by a group of about 30 Sikh businessmen in Toronto. ਜੀ। Ahluwalia had the task of rendering the newspaper harmless. ਜੀ। ਯਾਨੀ ਕਿ ਬੰਦ ਕਰਨਾ ਜਾਂ ਇਦਾਂ ਨਹੀਂ ਵੀ ਉਹਨੂੰ ਇਹ ਵੀ ਹਾਰਮਲੈਸ ਕਰ ਦੇਣਾ ਵੀ ਇਹ ਸਰਕਾਰ ਦੇ ਜਿਹੜੇ ਏਜੰਡੇ ਆ ਵੀ ਉਹਨਾਂ ਨੂੰ ਨੁਕਸਾਨ ਨਾ ਪਹੁੰਚਾਵੇ। He offered financial support for operating costs and up to $50,000 for a printing press. ਹੁਣ ਤੁਸੀਂ ਇਹ ਅੰਦਾਜ਼ਾ ਲਾਓ ਵੀ ਇਹ $50,000 ਜਿਹੜੇ ਆ ਇਹ 1982-83 ਦੀ ਗੱਲ ਹੋ ਰਹੀ ਆ। ਉਦੋਂ ਕਹਿ ਲਓ ਵੀ ਇਹ ਵੀ $1 ਮਿਲੀਅਨ ਦੇ ਨੇੜੇ ਵਾਲਾ ਕੰਮ ਜਿਹੜਾ ਵੀ ਉਹ ਚੱਲ ਰਿਹਾ। ਤੇ ਇਹ ਬਜਟ ਵੀ ਉਹਦੇ ਕੋਲੇ ਹੈਗਾ ਆ ਆਹਲੂਵਾਲੀਆ ਕੋਲੇ। ਫਿਰ ਉੱਥੋਂ ਵੀ ਅੰਦਾਜ਼ਾ ਲਾਓ ਵੀ ਉਹ ਕਿਹੜੀ ਪੋਜੀਸ਼ਨ ਦੇ ਉੱਤੇ ਬੈਠਾ ਹੋਣਾ। The newspaper's backers, realizing that the offer would carry with it Ahluwalia's attempts to influence editorial policy, rejected the money. Although the newspaper eventually collapsed in 1986, its backers retained rights to the name to prevent it from being revived with a different editorial outlook. ਸੋ ਸਿਆਣੇ ਬੰਦੇ ਵਿੱਚ ਹੈਗੇ ਕਮਿਊਨਿਟੀ ਆਪਣੀ ਦੇ। ਜੀ 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 ਜੀ। ਸੋ ਮਤਲਬ ਇਹ ਵੀ ਦੇਖੋ ਵੀ ਇਹ ਸਾਰਾ ਕੁਝ ਜਿਹੜਾ ਆ ਵੀ ਉਸ ਹਿਸਾਬ ਦੇ ਨਾਲ ਵੀ ਧਿਆਨ 'ਚ ਰੱਖਣੇ ਵਾਲਾ ਆ ਵੀ ਜਦੋਂ ਸਰਕਾਰਾਂ ਤੁਹਾਨੂੰ ਢਾਉਣ 'ਤੇ ਆ ਜਾਣ ਬਿਲਕੁਲ ਤੇ ਉਹ ਕੋਈ ਵੀ ਫਿਰ ਪੱਥਰ ਜਿਹੜਾ ਆ ਵੀ ਉਹ ਉੱਦਾਂ ਹੀ ਨਹੀਂ ਪਿਆ ਰਹਿਣ ਦਿੰਦੀਆਂ। ਬਿਲਕੁਲ ਵੀ ਦੇ ਡੋਂਟ ਲੀਵ ਐਨੀ ਸਟੋਨ ਅਨਟਰਨਡ। ਤੇ ਉਹ ਸਾਰਾ ਕੁਝ ਜਿਹੜਾ ਵੀ ਇਹਨਾਂ ਕਹਾਣੀਆਂ ਤੋਂ ਵੀ ਪਤਾ ਲੱਗ ਜਾਂਦਾ। ਆਹਲੂਵਾਲੀਆ ਵਾਜ਼ ਨਾਟ ਆਲਵੇਜ਼ ਐਜ਼ ਓਵਰਟ ਇਨ ਹਿਜ਼ ਅਪਰੋਚ। ਟੋਰਾਂਟੋ ਫੋਟੋਗ੍ਰਾਫਰ ਦਤਿੰਦਰ ਸਿੰਘ ਸੋਢੀ, a former corporate executive, once discovered a woman in the basement office of his home using his photocopying machine to copy files he had on Sikh organizations in Canada. The woman was his ex-girlfriend, Finn, yani कि Finland दी सीगी, who was having a relationship with Ahluwalia at the time. She confessed to Sodhi that the diplomat had sent her to photocopy the files. Ahluwalia's wife had earlier taken their 2 children and left for California after telling friends that Toronto was not the comfortable diplomatic posting she had expected. In 1985, Ahluwalia quit the Indian Foreign Service and disappeared from Canada. It was later learned that he went into the private import-export trade based in Iran. ਸੋ ਮਤਲਬ ਵੀ ਇਹ ਬੰਦੇ ਜਿਹੜੇ ਆ ਵੀ ਹੁਣ ਉਹ ਵੀ ਦੇਖ ਲਓ ਵੀ ਜਦੋਂ ਤਿੱਬਤ ਗਿਆ ਹੋਊਗਾ ਜੀ ਉਦੋਂ ਕਿਹੜਾ ਵੀ ਕਿਤੇ ਇੰਡੀਅਨ ਫੋਰਨ ਸਰਵਿਸ ਦਾ ਬਣ ਕੇ ਗਿਆ ਸੀ, ਉਦੋਂ ਵੀ ਅੰਡਰ ਕਵਰ ਸੀਗਾ। ਬਿਲਕੁਲ। ਉਹ ਤੋਂ ਬਾਅਦ ਵੀ ਕਾਗਜ਼ਾਂ ਦੇ ਵਿੱਚ ਇਹ ਵੀ ਜੀ ਫੋਰਨ ਸਰਵਿਸ ਰਿਜ਼ਾਈਨ ਕਰ ਦਿੱਤੀ ਆ ਤੇ ਇਹ ਵੀ ਇੰਪੋਰਟਰ ਐਕਸਪੋਰਟਰ ਬਣ ਕੇ ਤੇ ਇਹ ਇਰਾਨ ਦੇ ਵਿੱਚ ਜਾ ਕੇ ਬਹਿ ਗਿਆ। ਘਰ ਵਾਲੀ ਤੇ ਨਿਆਣੇ ਜਿਹੜੇ ਉਹ ਕੈਲੀਫੋਰਨੀਆ ਦੇ ਵਿੱਚ ਬੈਠੇ। ਸੋ ਇਹ ਬੰਦੇ ਜਿਹੜੇ ਨੇ ਵੀ ਮਤਲਬ ਵੀ ਇਹਨਾਂ ਦੇ ਕੋਲੇ ਲਗਜ਼ਰੀ ਹੈ ਨਹੀਂ ਉਹ ਭਈ ਇਹ ਆਪਣੇ ਸਿਧਾਂਤ ਜਿਹੜੇ ਆ ਉਹਨਾਂ ਨੂੰ ਪਾਲ ਸਕਣ। ਬਿਲਕੁਲ। ਕਿਉਂਕਿ ਸਿਧਾਂਤ ਦੇ ਨੇੜੇ ਲੱਗੇ ਤੇ ਇਹਨਾਂ ਦੀ ਜਾਨ ਜਿਹੜੀ ਆ ਵੀ ਉਹ ਖਤਮ ਆ। ਕਿਉਂਕਿ ਗੈਰ ਸਿਧਾਂਤਕ ਹੋਣ ਕਰਕੇ ਹੀ ਇਹਨਾਂ ਨੂੰ ਸਰਕਾਰ ਐਮਪਲੋਏ ਕਰਦੀ। ਇਹਨਾਂ ਦੀ ਐਗਜ਼ਿਸਟੈਂਸ ਆ। ਹੁਣ ਖੱਪ ਗ੍ਰੇਡ ਜਿੰਨੇ ਆ ਵੀ ਦੇਖ ਲਓ ਵੀ ਇਹਨਾਂ 'ਚ ਕੋਈ ਸਿਧਾਂਤਕ ਤੁਹਾਨੂੰ ਦੇਖਦਾ ਹੋਵੇ ਵੀ ਕਿਸੇ ਸਿਧਾਂਤ ਤੇ ਖੜਦੇ ਹੋਣ। ਨਹੀਂ ਇਹ ਤੋਂ ਭਾਜੀ ਇੱਕ ਗੱਲ ਹੋਰ ਵੀ ਕਲੀਅਰ ਹੋ ਜਾਂਦੀ ਹੈਗੀ ਹੈ। ਤੇ ਚਲੋ ਖੈਰ ਕੀ ਕਹਿਣ ਦਾ ਭਾਵ ਆ ਕਿ ਹੁਣ ਇੱਥੇ ਆ ਹਰਨੇਕ ਵੀ ਰੌਲਾ ਪਾਉਂਦਾ ਹੁੰਦਾ ਸੀਗਾ ਕਿ ਮੇਰੇ ਅਕਾਊਂਟ ਫਰੋਲ ਲਓ ਕਿ ਮੇਰੇ ਕੋਲ ਕਿੱਡਾ ਪੈਸਾ ਆ, ਨਾ ਕਿਹੜਾ ਪੈਸਾ ਮੈਨੂੰ ਸਰਕਾਰਾਂ ਨੇ ਦਿੱਤਾ। ਇੱਦਾਂ ਕਈ ਵਾਰ ਇਹਨੇ ਰੇਡੀਓ 'ਤੇ ਬੋਲਿਆ ਆ। ਅਤੇ ਗੱਲ ਇਹ ਹੈ ਨਾ ਕਿ ਹੁਣ ਉਹਨਾਂ ਨੇ ਤੁਹਾਨੂੰ ਸਿੱਧਾ ਥੋੜ੍ਹਾ ਨਾ ਆਲਾ $1,00,000 ਤੁਹਾਡੇ ਅਕਾਊਂਟ 'ਚ ਟਰਾਂਸਫਰ ਕਰਕੇ ਆਪ ਵੀ ਫਸਣਾ ਅਤੇ ਇਹਨੂੰ ਵੀ ਫਸਾਉਣਾ ਹੈ ਕਿ ਭਾਈ ਆ ਸਰਕਾਰ ਵੱਲੋਂ $1,00,000 ਤੈਨੂੰ ਦਿੱਤਾ ਜਾ ਰਿਹਾ ਕਿ ਤੂੰ ਹੁਣ ਜਿਹੜੇ ਏਜੰਡੇ ਆ ਸਾਡੇ ਪੁਸ਼ ਕਰ। ਉਹਨਾਂ ਦੇ ਤਰੀਕੇ ਹੁੰਦੇ ਆ ਹੈ ਨਾ। ਹੁਣ ਜਿਹੜਾ ਕਿੰਨਾ ਪਤਾ ਨਹੀਂ ਅੱਧਾ 5 ਲੱਖ 4.5 ਕੇ 5 ਲੱਖ ਸਬਸਕ੍ਰਾਈਬਰ ਚੱਕੀ ਫੇਰਦੇ ਆ। ਇਹਨੂੰ ਕੀ ਲੱਗਦਾ ਆ, ਇਹਨੂੰ ਕੀ ਲੱਗਦਾ ਇਹਦੇ ਭੌਂਕਣ ਕਰਕੇ ਉੱਥੇ ਹੋ ਗਿਆ ਹੈਗਾ ਜਾਂ ਕਿੱਦਾਂ ਹੋਇਆ ਹੈਗਾ ਆ, ਜਾਂ ਹੋਰ ਇਸ ਤਰ੍ਹਾਂ ਕਿ ਹੁਣ ਅੰਦਰ ਖਾਤੇ ਪਤਾ ਨਹੀਂ ਹੋਰ ਕਿਸ ਤਰ੍ਹਾਂ ਦੀਆਂ ਫੈਸਿਲਿਟੀਜ਼ ਇਹਨਾਂ ਨੂੰ ਪ੍ਰੋਵਾਈਡ ਕਰਾਈਆਂ ਜਾ ਰਹੀਆਂ ਹੈਗੀਆਂ। ਤਾਂ ਇਹ ਤਰੀਕੇ ਹੁੰਦੇ ਆ ਸਰਕਾਰਾਂ ਦੇ ਆਪਣੇ ਹੱਕ 'ਚ ਭੁਗਤਾਉਣ ਵਾਲੇ।
ਨਾਲੇ ਸਾਨੂੰ ਕੀ ਪਤਾ ਭਾਈ ਵੀ ਇਹ ਵੀ ਕਿਹੜੇ ਖੇਤ ਕਿਹਦੇ ਨਾਂ ਤੇ ਕਿੰਨੇ ਲੱਗੇ ਹੋਏ ਆ। ਆਹੋ ਮਤਲਬ ਹੁਣ ਕਹਿਣ ਦਾ ਭਾਵ ਇਹ ਹੈ ਕਿ ਇਦਾਂ ਥੋੜਾ ਨਾ ਸਰੇਆਮ ਤੁਹਾਡੇ ਸਰਕਾਰ ਅਕਾਊਂਟਾਂ 'ਚ ਤੁਹਾਡੇ ਟ੍ਰਾਂਸਫਰ ਮਾਰਨਗੀਆਂ। ਬਿਲਕੁਲ ਆ ਵੀ ਭਾਵੇਂ ਜੇ ਬਾਕੀ ਆਮ ਬੰਦੇ ਦਾ ਤੇ ਛੱਡੋ ਵੀ ਨਿਊਜ਼ੀਲੈਂਡ ਸਰਕਾਰ ਵੀ ਲੱਭਣ ਦੀ ਕੋਸ਼ਿਸ਼ ਕਰ ਰਹੀ, ਉਹਨਾਂ ਨੂੰ ਨਹੀਂ ਲੱਭਣਾ। ਉਹ ਦੱਸਦੇ ਰਹੇ ਕੈਨੇਡਾ ਦੀ ਸਰਕਾਰ ਨੂੰ ਲੱਭਿਆ ਹੀ ਨਹੀਂ, ਉਹਦਾ ਲਿੰਕ ਕੀ ਸੀਗਾ, ਲਿੰਕ ਹੈ ਕੀ ਸੀ ਐਗਜ਼ੈਕਟਲੀ। ਤੇ ਬਾਕੀ ਜੀ ਫਿਰ ਉਹ ਅੱਗੇ ਲਿਖਦੇ ਨੇ ਆ ਹੋਰ ਦੇਖੋ ਹੁਣ। Before the Osgood Hall shootings, Ahluwalia had ingratiated himself with the Metro Police. With the help of the Consul General, he mingled with senior officials in government and in the Metro Police Department. He also won the confidence of the police officers at the investigative level, most of them of Indian or Pakistani origin. ਯਾਨੀ ਕਿ ਭਈ ਜਦੋਂ ਔਸਗੁਡ ਹਾਲ ਦੇ ਵਿੱਚ ਸਮਰੇ ਨੇ ਉਹਦੇ ਜੱਜ ਦੇ ਉੱਤੇ ਤੇ ਬਾਕੀਆਂ ਤੇ ਗੋਲੀ ਚਲਾਈ ਆ ਜੀ, ਉਹ ਤੋਂ ਪਹਿਲਾਂ ਉਹਦੀ ਤਿਆਰੀ ਦੇ ਵਿੱਚ ਕਹਿ ਲਓ ਜਾਂ ਉਹਦੀ ਪ੍ਰੈਪਰੇਸ਼ਨ ਜਿਹੜੀ ਆਪਣਾ ਤਿਆਰੀ ਦੇ ਵਿੱਚ ਜਿਹੜਾ ਇਹਨੇ ਆਹਲੂਵਾਲੀਆ ਨੇ ਕੰਮ ਕੀਤਾ ਵੀ ਜਿਹੜੀ ਪੁਲਿਸ ਸੀਗੀ ਲੋਕਲ ਜੀ, ਉਹਦੇ ਨਾਲ ਆਪਣੀ ਜਿਹੜੇ ਆ ਵੀ ਉਹ ਗੱਠਜੋੜ ਕੀਤੇ। ਔਰ ਫਿਰ ਵੀ ਉਹਦੇ ਵਿੱਚ ਜਿਹੜੇ ਇੰਡੀਅਨ ਤੇ ਪਾਕਿਸਤਾਨੀ ਓਰੀਜਨ ਦੇ ਆਫਿਸਰ ਸੀਗੇ ਵੀ ਉਹਨਾਂ ਦੇ ਨਾਲ ਆਪਣੇ ਜਿਹੜੇ ਸੰਬੰਧ ਆ ਵੀ ਉਹ ਕਾਇਮ ਕੀਤੇ ਜੀ। ਔਰ ਉਹ ਸਾਰਾ ਕੁਝ ਜਿਹੜਾ ਆ ਵੀ ਉੱਥੋਂ ਤੁਸੀਂ ਹੁਣ ਉਹਨੂੰ ਨਿਊਜ਼ੀਲੈਂਡ ਦੇ ਵਿੱਚ ਲਾ ਕੇ ਵੇਖੋ। ਬਿਲਕੁਲ ਨਿਊਜ਼ੀਲੈਂਡ ਦੇ ਵਿੱਚ ਇੱਕ ਬਕਾਇਦਾ ਸਿਸਟਮੈਟਿਕ ਤੌਰ ਦੇ ਉੱਤੇ ਭਈ ਇਹ ਜਿਹੜੀ ਆ ਬਿਲਕੁਲ ਆਹ ਜਿਹੜਾ ਪੈਟਰਨ ਆ ਇਹ ਇੱਥੇ ਰੈਪਲੀਕੇਟ ਕੀਤਾ ਜਾ ਰਿਹਾ ਪੁਲਿਸ ਦੇ ਵਿੱਚ ਜੀ। ਭਈ ਜਿਹੜੇ ਇੰਡੀਅਨ ਏਜੰਸੀਆਂ ਦੇ ਇੰਡੀਅਨ ਸਰਕਾਰ ਦੇ ਹੱਥ ਟੁੱਕੇ ਆ ਜੀ, ਉਹ ਸਾਰੇ ਦੇ ਸਾਰੇ ਜਿਹੜੇ ਆ ਵੀ ਉਹ ਨਾ ਸਿਰਫ ਉੱਚੀਆਂ ਪਦਵੀਆਂ ਦੇ ਉੱਤੇ ਪਹੁੰਚਾਏ ਜਾ ਰਹੇ ਨੇ, ਉਹਨਾਂ ਦੀਆਂ ਬਕਾਇਦਾ ਹਾਈ ਕਮਿਸ਼ਨ ਦੇ ਨਾਲ ਫੋਟੋਆਂ ਵੀ ਖਿੱਚ ਕੇ ਪਾਈਆਂ ਜਾ ਰਹੀਆਂ ਨੇ। ਔਰ ਫਿਰ ਇਹ ਦਿਖਾਇਆ ਜਾ ਰਿਹਾ ਵੀ ਹਾਈ ਕਮਿਸ਼ਨ ਜਿਹੜਾ ਆ ਵੀ ਉਹ ਗੁਰੂ ਨਾਨਕ ਸਾਹਿਬ ਬਾਰੇ ਕਿਤਾਬ ਜਿਹੜੀ ਆ ਵੀ ਉਹ ਪ੍ਰੈਜ਼ੈਂਟ ਕਰ ਰਿਹਾ। ਹੁਣ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਵੀ ਅਸੀਂ ਨਾਂ ਲੈਣ ਤੋਂ ਗਰੇਜ਼ ਕਰ ਰਹੇ ਹਾਂ, ਪਰ ਕਿਸੇ ਪੁਆਇੰਟ ਤੇ ਨਾਂ ਵੀ ਭਾਈ ਲੈ ਦੇਣੇ ਆ ਵੀ ਨਾਂ ਲੈਣ ਤੋਂ ਇਸ ਕਰਕੇ ਗਰੇਜ਼ ਕਰ ਰਹੇ ਹਾਂ ਵੀ ਅਜੇ ਵੀ ਆਸ ਅਸੀਂ ਇਹੀ ਕਰਦੇ ਹਾਂ ਵੀ ਜਿਹੜੇ ਤੁਹਾਡੇ ਕੰਮ ਆ ਜੀ ਭਈ ਉਹ ਇਸ ਡਰ ਨਾਲ ਹੀ ਭਾਵੇਂ ਸਹੀ ਹੋ ਜਾਣ ਵੀ ਭਾਈ ਵੀ ਸਾਡੇ ਵਰਗੇ ਬੰਦੇ ਬੈਠੇ ਜਿਹੜੇ ਆ ਵੀ ਉਹ ਵੇਖ ਰਹੇ ਆ ਵੀ ਤੁਸੀਂ ਕਰ ਕੀ ਰਹੇ। ਬਿਲਕੁਲ ਬਿਲਕੁਲ। ਸੋ ਉਹ ਸਿਰਫ ਉਨੀ ਕੁ ਆਸ ਆ, ਪਰ ਜਦੋਂ ਆਸ ਉਹ ਜੇ ਝੂਠੀ ਪੈ ਗਈ ਜੀ ਵੀ ਜੇ ਉਹ ਗਲਤ ਸਾਬਤ ਹੋ ਗਈ ਤੇ ਫਿਰ ਅਸੀਂ ਵੀ ਜਿਹੜੇ ਤੁਹਾਡੇ ਕੱਚੇ ਚੱਠੇ ਆ ਵੀ ਉਹ ਵੀ ਫਰੋਲਣ ਦੇ ਵਿੱਚ ਜੀ ਤੇ ਅਸੀਂ ਟਾਈਮ ਨਹੀਂ ਲਾਉਣਾ। ਤੇ ਅੱਗੇ ਉਹ ਲਿਖਦੇ ਨੇ ਜੀ ਭਈ he also won the confidence of the police officers at the investigative level, most of them of Indian or Pakistani origin. Not surprisingly, the police turned to him for help in the search for Samra. ਹੁਣ ਤੁਸੀਂ ਉੱਥੋਂ ਅੰਦਾਜ਼ਾ ਲਾਓ ਭਈ ਜਿਹੜੇ ਬੰਦਿਆਂ ਨੇ ਸਮਰੇ ਦਾ ਸਾਰਾ ਆਰਗੇਨਾਈਜ਼ ਕਰਕੇ ਉਹਨੂੰ ਭਜਾਇਆ, ਉਹਦੇ ਕੋਲੇ ਪੁਲਿਸ ਜਿਹੜੀ ਆ ਵੀ ਉਹ ਮੰਗ ਰਹੀ ਆ ਵੀ ਹੈਲਪ, ਵੀ ਸਾਡੀ ਹੈਲਪ ਕਰੋ ਸਮਰੇ ਨੂੰ ਫੜਨੇ 'ਚ। For a vice consul whose job was to promote his country and handle visa applications and the other pleasantries that go with diplomatic life, Ahluwalia was playing a strange role in Toronto's Sikh affairs. Clearly he had an intelligence gathering agenda. ਸਾਡੇ ਵੀ ਇੱਥੇ ਹੈਗਾ ਜਿਹੜਾ ਆਹੀ ਕੰਮ ਕਰਨ ਦਿਆ ਆ। ਉਹ ਦੂਸਰਾ ਕਹਿ ਲਓ ਪੀਸ ਇੰਡੀਅਨ ਕੌਂਸਲ ਦਾ ਤੇ ਹੈ ਨਹੀਂ ਗਾ ਦੂਸਰਾ ਐਮਪਲੋਈ, ਪਰ ਹੈਗਾ ਨਿਊਜ਼ੀਲੈਂਡ ਪੁਲਿਸ ਦਾ ਆ, ਪਰ ਉਹ ਕੰਮ ਐਗਜ਼ੈਕਟਲੀ ਆਹੀ ਕਰ ਰਿਹਾ। ਉਹ ਵੀ ਕੋਈ ਨਾ ਕਿਸੇ ਦਿਨ ਕਹਾਣੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। According to one police officer who helped organize a farewell lunch in 1985 for Ahluwalia, our yani intelligence files on the Sikhs were developed with his help. ਸੋ ਜਿਹਨੂੰ ਉਹ ਚੰਗਾ ਸਾਬਤ ਕਰਨਾ ਚਾਹੁੰਦਾ ਸੀ ਫਾਈਲਾਂ 'ਚ ਉਹਨੂੰ ਚੰਗਾ ਕਰ ਦਿੱਤਾ, ਬਿਲਕੁਲ। ਜਿਹਨੂੰ ਉਹ ਮਾੜਾ ਸਾਬਤ ਕਰਨਾ ਚਾਹੁੰਦਾ ਸੀ ਉਹਨੂੰ ਮਾੜਾ ਕਰ ਦਿੱਤਾ। ਤੇ ਪੁਲਿਸ ਵਾਲੇ ਜਿਹੜੇ ਆ ਵੀ ਉਹ ਉਹਨਾਂ ਫਾਈਲਾਂ ਦੇ ਉੱਤੇ ਭਰੋਸਾ ਕਰਕੇ ਤੇ ਸਾਰਾ ਕੁਝ ਜਿਹੜਾ ਉਹ ਕਰਦੇ ਪਏ ਜੀ। He used to wine and dine with the police brass. He would tell the Sikhs how he hated Indira Gandhi. She was a quote marks bitch and a whore. ਯਾਨੀ ਕਿ ਵੀ ਮਤਲਬ ਉਹਨੂੰ ਇੰਦਰਾ ਗਾਂਧੀ ਨੂੰ ਗਾਲਾਂ ਗੂਲਾਂ ਵੀ ਕੱਢ ਦਿੰਦਾ ਸੀ ਜੀ। Who had damaged the Sikhs. In this way, he got the confidence of the Sikhs who would talk openly and he would create files on them. ਜੀ ਬਿਲਕੁਲ। ਹੁਣ ਇੱਥੇ ਵੀ ਜਿਹੜੀ ਮੈਂ ਗੱਲ ਕੀਤੀ ਆ ਵੀ ਜਿਹਨੂੰ ਹਾਈ ਕਮਿਸ਼ਨ ਨੇ ਗੁਰੂ ਨਾਨਕ ਸਾਹਿਬ ਬਾਰੇ ਕਿਤਾਬ ਜਿਹੜੀ ਆ ਵੀ ਉਹ ਪੇਸ਼ ਕੀਤੀ ਆ, ਉਹਦੇ ਨਾਲ ਆਫਿਸਰ ਦੀ ਸਟੇਟਮੈਂਟ ਇਹ ਲਾਈ ਗਈ ਆ ਵੀ ਉਹ ਜਿਹੜੀ ਜਿਹੜਾ ਆਪਣਾ ਦੈਟ ਪਰਟੀਕੂਲਰ ਆਫਿਸਰ ਭਈ ਉਹ ਜੀ ਸਿੱਖ ਧਰਮ ਦਾ ਕਿ ਵੀ ਉਹ ਬਹੁਤ ਪਿਆਰ ਆ ਔਰ ਉਹ ਸਾਰਿਆਂ ਨੂੰ ਹੀ ਪਤਾ ਆ ਵੀ ਜਿਹੜੇ ਇੱਥੇ ਜਾਣਦੇ ਆ ਉਸ ਆਫਿਸਰ ਨੂੰ ਵੀ ਉਹ ਕਿੰਨਾ ਕੁ ਪਿਆਰ ਸਿੱਖ ਧਰਮ ਨੂੰ ਹੈਗਾ ਉਹਦਾ ਜੀ। ਬਿਲਕੁਲ। ਪਰ ਕੋਈ ਨਾ,
ਮੌਕਾ ਆਵੇਗਾ ਤੇ ਸਾਰਾ ਕੁਝ ਜਿਹੜਾ ਆਪਾਂ ਵੀ ਉਹ ਸਾਰਿਆਂ ਦੇ ਸਾਹਮਣੇ ਰੱਖਾਂਗੇ ਜੀ। ਸੋ ਅੱਗੇ ਲਿਖਦੇ ਨੇ ਜੀ ਵੀ ਹੀ ਵੁੱਡ ਟੈਲ ਦਾ ਪੁਲਿਸ ਹਾਊ ਮਚ ਹੀ ਐਪਰੀਸ਼ੀਏਟਡ ਵਾਟ ਦੇ ਵਰ ਡੂਇੰਗ, that he was pro police and they could rely on him to get them information. He would tell the police what they wanted to hear, that the Sikhs were fools but dangerous fools because of their violent nature. ਇਹ ਮਤਲਬ ਆਲੂਵਾਲੀਆ ਦੀਆਂ ਸਟੇਟਮੈਂਟ ਹੈ। He would also fill them in a little bit about the Indian government. ਸੋ ਮਤਲਬ ਭਈ ਇਹ ਸਾਰਾ ਕੁਝ ਜਿਹੜਾ ਆ ਭਈ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਜਿਹੜਾ ਕਾਤਲ ਆ ਉਹ ਹੀ ਪੁਲਿਸ ਨੂੰ ਕਤਲ ਦੀ ਇਨਵੈਸਟੀਗੇਸ਼ਨ ਦੇ ਵਿੱਚ ਹੈਲਪ ਕਰ ਰਿਹਾ। ਸੋ ਕਿੱਦਾਂ ਦੀ ਹੈਲਪ ਕਰ ਰਿਹਾ ਸੀ ਉਹ ਹੁਣ ਸਾਰਿਆਂ ਸਾਹਮਣੇ ਆ। ਤੇ ਉਹੋ ਹੀ ਕੰਮ ਇੱਥੇ ਜਿਹੜਾ ਆ ਨਿਊਜ਼ੀਲੈਂਡ ਦੇ ਵਿੱਚ ਉਹ ਹੋ ਰਿਹਾ ਭਈ ਜੇ ਨਾ ਬਾਹਰ ਬੈਠੇ ਜਿਹੜੇ ਆ ਵੀ ਜਿਹਨਾਂ ਨੂੰ ਲੱਗਦਾ ਵੀ ਇਹ ਵੀ ਜੀ ਸਿਸਟਮ ਜਿਹੜਾ ਇੱਥੇ ਨਿਊਜ਼ੀਲੈਂਡ ਦਾ ਵੀ ਉਹ ਨੇਕੀ ਵਰਗੇ ਨੂੰ ਇੰਨੀ ਬਕਵਾਸ ਕਰਨ ਦੀ ਆਜ਼ਾਦੀ ਕਿਵੇਂ ਦੇ ਰਿਹਾ ਆ, ਇੱਥੋਂ ਤੁਹਾਨੂੰ ਅੰਦਾਜ਼ਾ ਹੋ ਜਾਣਾ ਵੀ ਕਿੱਦਾਂ ਦੇ ਕਲੀਅਰ ਹੋ ਜਾਂਦਾ ਹੈ ਕਿੱਦਾਂ ਆਜ਼ਾਦੀ ਜਿਹੜੀ ਆ ਵੀ ਉਹਨੂੰ ਮਿਲੀ ਆ। ਬਿਲਕੁਲ। ਤੇ ਕਿਉਂਕਿ ਉਹਦੀ ਪਿੱਠ ਦੇ ਉੱਤੇ ਭਾਈ ਵੀ ਇਹ ਛੋਟੇ ਮੋਟੇ ਨਹੀਂ ਵੀ ਇਹ ਵੀ ਬਹੁਤ ਜਿਹੜੇ ਸਰਕਾਰੀ ਏਜੰਟ ਆ ਜੀ ਵੀ ਉਹ ਬਚਾਉਣ ਤੇ ਲੱਗੇ ਹੋਏ ਆ। ਪਰ ਕੋਈ ਨਾ, ਸਿਰਫ ਫਾਇਦਾ ਇਸ ਚੀਜ਼ ਦਾ ਆ ਇੱਥੇ ਨਿਊਜ਼ੀਲੈਂਡ ਦੇ ਵਿੱਚ ਭਈ ਸਾਬਤ ਕਰਨਾ ਪੈਣਾ। ਬਿਲਕੁਲ। ਸੋ ਅੱਜ ਨਹੀਂ ਤੇ ਕੱਲ੍ਹ ਸਾਬਤ ਹੋ ਜਾਣਾ ਔਰ ਉਦੋਂ ਫਿਰ ਸਾਰੇ ਜਿਹੜੇ ਆ ਨਾ ਉਹ ਸਾਰੇ ਦੇ ਸਾਰੇ ਹੀ ਫਿਰ ਇਕੱਠੇ ਹੀ ਟੱਟਣੇ ਆ। ਬਿਲਕੁਲ ਜੀ। ਸੋ ਇਸ ਕਰਕੇ ਵੀ ਪੇਸ਼ੈਂਸ ਤੇ ਹਿੰਮਤ ਜਿਹੜੀ ਆ ਵੀ ਉਹ ਚਾਹੀਦੀ ਆ। ਜੀ ਜੀ ਜੀ। ਔਰ ਕੋਈ ਨਾ, ਵਾਹਿਗੁਰੂ ਨੇ ਵੀ ਮਿਹਨਤ ਨੂੰ ਭਾਗ ਲਾਉਣੇ ਆ ਕਿਸੇ ਪੁਆਇੰਟ ਤੇ। ਅੱਗੇ ਜੀ ਲਿਖਦੇ ਨੇ the police also traced Samra's relationship to the travel agent originally from India. This man now lives in Los Angeles. In 1984, Metro Police unsuccessfully prosecuted him for fraud in a case involving millions of dollars, and his home was among those raided shortly after the courthouse shootings. Ji. Police are convinced that Samra's escape was funded by the travel agent, who had a close relationship both with Indian consular officials and Haji Mastan. ਹੁਣ ਤੁਸੀਂ ਇੱਥੇ ਵੀ ਨਾ ਨਿਊਜ਼ੀਲੈਂਡ ਦੇ ਵਿੱਚ ਆਲੇ ਦੁਆਲੇ ਝਾਤ ਮਾਰ ਕੇ ਦੇਖਿਓ ਭਈ ਕਿਹੜੇ ਬੰਦੇ ਨੇ ਵੀ ਜਿਹੜੇ ਟਰੈਵਲ ਏਜੰਟ ਵਜੋਂ ਸਕਸੈਸਫੁਲ ਨੇ, ਭਈ ਜਿਹੜੇ ਐਨ ਪੂਰੇ ਸਫਲ ਟਰੈਵਲ ਏਜੰਸੀਆਂ ਜਿਹੜੀਆਂ ਚਲਾ ਰਹੇ ਨੇ। ਤੇ ਤੁਹਾਨੂੰ ਕਿਤੇ ਨਾ ਕਿਤੇ ਜਿਹੜਾ ਆ ਵੀ ਉਹ ਅੰਦਾਜ਼ਾ ਹੋਣ ਲੱਗ ਪੈਣਾ ਆ ਵੀ ਇਹ ਵੀ ਕਿੰਨੇ ਘੁੰਡੀਆਂ ਜਿਹੜੀਆਂ ਵੀ ਇਹ ਕਿੱਦਾਂ ਕਿੱਥੇ ਜੋੜਦੀਆਂ ਪਈਆਂ ਜੀ। ਔਰ ਉਹ ਸਾਰਾ ਕੁਝ ਜਿਹੜਾ ਆ ਵੀ ਇਸ ਕਰਕੇ ਵੀ ਇਹ ਕਿਤਾਬ ਜਿਹੜੀ ਆ ਵੀ ਬਹੁਤ ਵਧੀਆ ਆ ਜੀ। ਵੀ ਜੇ ਹਿਸਾਬ ਨਾਲ ਵੀ ਇਹ ਸਾਰਾ ਜਿਹੜਾ ਪੈਟਰਨ ਆ ਨਾ ਕੰਮ ਕਰਨੇ ਦਾ, ਵੀ ਅੱਜ ਦੇਖ ਲਓ ਵੀ 2021 ਆ। ਬਿਲਕੁਲ। ਵੀ ਯਾਨੀ ਕਿ ਇਹ ਕਿਤਾਬ ਛਪਣੇ ਤੋਂ ਵੀ 31-32 ਸਾਲ ਬਾਅਦ ਉਹ ਪੈਟਰਨ ਅਜੇ ਵੀ ਜਿਹੜੀਆਂ ਇੰਡੀਅਨ ਏਜੰਸੀਆਂ ਵੀ ਉਹ ਚਲਾ ਰਹੀਆਂ। ਹਾਜੀ ਮਸਤਾਨ ਦਾ reputed smuggler who is believed to have arranged Samra's secret boat passage to India. They also talk about the travel agent as the man who laundered money for top Indian government officials through bank accounts in North America. Under Indian foreign currency regulations, Indian nationals are not allowed to maintain such accounts since that country needs all the foreign exchange it can get to fulfill its import needs. ਜੀ। ਸੋ ਇਹ ਉਦੋਂ ਲਿਬਰਲਾਈਜੇਸ਼ਨ ਤੋਂ ਪਹਿਲਾਂ ਦੀਆਂ ਗੱਲਾਂ ਨੇ। ਪਰ ਇੱਥੇ ਅੱਜ ਵੀ ਬੰਦੇ ਜਿਹੜੇ ਆ ਇੰਡੀਅਨ ਔਰੀਜਨ ਦੇ ਉਹ ਫੜੇ ਜਾਂਦੇ ਆ ਮਨੀ ਲਾਂਡਰਿੰਗ ਦੇ ਵਿੱਚ। ਬਿਲਕੁਲ। ਤੇ ਉਹ ਸਾਰਿਆਂ ਨੂੰ ਪਤਾ ਵੀ ਜਿਹੜੀ ਬਾਦਲਾਂ ਦਾ ਪੈਸਾ ਆਇਆ ਨੰਬਰ 2 ਵਾਲਾ ਤੇ ਹੋਰ ਸਾਰਾ, ਤੇ ਜਿਹੜੀਆਂ ਉਹਨਾਂ ਦੀਆਂ ਲੀਗਲ ਇਨਵੈਸਟਮੈਂਟਸ ਨੇ ਉਹ ਕੌਣ ਇੱਥੇ ਆਕਲੈਂਡ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਵੇਖਣ ਦਿਆ ਆ ਜੀ, ਤੇ ਆਸਟ੍ਰੇਲੀਆ ਦੇ ਵਿੱਚ ਕੌਣ ਵੇਖ ਰਿਹਾ ਆ। ਸੋ ਉਸ ਹਿਸਾਬ ਦੇ ਨਾਲ ਭਾਈ ਵੀ ਇਹ ਉਹੀ ਪੈਟਰਨ ਜਿਹੜਾ ਆ ਉਹ ਅਜੇ ਵੀ ਚੱਲ ਰਿਹਾ। ਬਿਲਕੁਲ। ਤੇ ਉਹ ਸਾਰਾ ਜਿਹੜਾ ਆ ਵੀ ਇੱਕ ਮੱਕੜ ਜਾਲ ਹੀ ਆ ਜੀ। ਤੇ ਜਦੋਂ ਤੁਸੀਂ ਇਹ ਮੱਕੜ ਜਾਲ ਨੂੰ ਸਮਝਣ ਲੱਗਦੇ ਆ ਤੇ ਤਾਂ ਹੀ ਪਤਾ ਲੱਗਦਾ ਆ ਵੀ ਤੁਸੀਂ ਉਹਦੇ ਵਿੱਚ ਫਸੇ ਆ ਕਿ ਬਾਹਰ ਆ ਜੀ। ਬਿਲਕੁਲ। ਜੇ ਆਪਣੇ ਆਪ ਨੂੰ ਵਿੱਚ ਫਸੇ ਪਾਓ ਤੇ ਉਹ ਜ਼ਰੂਰੀ ਆ ਵੀ ਉਹਦੇ ਵਿੱਚੋਂ ਜਿੰਨੀ ਛੇਤੀ ਹੋ ਸਕੇ ਤੇ ਆਪਣੇ ਆਪ ਨੂੰ ਉਹ 'ਚੋਂ ਕੱਢ ਲਓ ਜੀ। ਬਿਲਕੁਲ। ਨਹੀਂ ਤਾਂ ਜਦੋਂ ਮੱਖੜੀ ਨੂੰ ਪਤਾ ਲੱਗ ਜਾਂਦਾ ਨਾ ਵੀ ਆ ਜਿਹੜਾ ਫਲਾਨਾ ਆ ਵੀ ਇਹਨੂੰ ਪਤਾ ਲੱਗ ਗਿਆ ਵੀ ਇਹ ਮੇਰੇ ਜਾਲ 'ਚ ਫਸਿਆ ਹੋਇਆ, ਤੇ ਉਹਦੇ ਲਈ ਜ਼ਰੂਰੀ ਹੋ ਜਾਂਦਾ ਆ ਫਿਰ ਵੀ ਤੁਹਾਡੀ ਜਿਹੜੀ ਆ ਵੀ ਉਹ ਬਲੀ ਦੇ ਦਿੱਤੀ ਜਾਵੇ। ਸੋ ਇਸ ਕਰਕੇ ਵੀ ਇਹਨਾਂ ਗੱਲਾਂ ਦਾ ਭਾਈ ਧਿਆਨ ਰੱਖਿਓ, ਜਿਹਨਾਂ ਦੀ ਬਲੀ ਦਿੱਤੀ ਗਈ ਆ ਉਰੇ। ਬਿਲਕੁਲ ਜੀ। ਨਿਊਜ਼ੀਲੈਂਡ ਦੇ ਵਿੱਚ ਉਹ ਵੀ ਇਹ ਗੱਲ ਦਾ ਧਿਆਨ ਰੱਖ ਲੈਣ। Unknown to the detectives, some of Samra's rivals who were providing them with leads had organized their own manhunt for Samra. ਜਿਹੜੇ ਉਹਦੇ ਸਮਰੇ ਦੇ ਵਿਰੋਧੀ ਸੀਗੇ ਵੀ ਉਹਨਾਂ ਨੇ ਆਪ ਹੀ ਉਹਨੂੰ ਸਮਰੇ ਨੂੰ ਲੱਭਣੇ ਦੇ ਜਿਹੜੇ ਆ ਵੀ ਉਪਰਾਲੇ ਸ਼ੁਰੂ ਕਰ ਦਿੱਤੇ ਜੀ।
They had put up a bounty of $25,000 and had hired 2 hitmen from Detroit. $25,000 ਉਹਨਾਂ ਨੇ ਇਨਾਮ ਰੱਖ ਦਿੱਤਾ ਸੀ ਤੇ 2 ਜਿਹੜੇ ਸੀਗੇ ਕਾਤਲ ਉਹ ਡੀਟਰੋਇਟ ਸ਼ਹਿਰ ਆ ਅਮਰੀਕਾ ਦਾ, ਉੱਥੋਂ ਅਖੇ ਵੀ ਉਹਨਾਂ ਨੇ ਹਾਇਰ ਵੀ ਕਰ ਲਏ ਸੀਗੇ. They had done so, one of them said, in anonymously exposing the contract after developing second thoughts about the scheme. Because they believed that Canadian justice was too weak. ਯਾਨੀ ਕਿ ਵੀ ਉਹ ਇੱਕ ਨੇ ਇਹਨਾਂ ਨੂੰ ਜਾਣਕਾਰੀ ਦਿੱਤੀ ਇਸ ਕਰਕੇ ਵੀ ਕਿਉਂਕਿ ਉਹਨੂੰ ਆਪ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਸੈਕਿੰਡ ਥਾਟਸ ਜਿਹੜੀਆਂ ਵੀ ਉਹ ਦਿਮਾਗ ਦੇ ਵਿੱਚ ਸ਼ੱਕ ਆਉਣ ਲੱਗ ਪਿਆ ਸੀ ਵੀ ਜੋ ਜਿਹੜੇ ਕੰਮ 'ਚ ਉਹ ਪੈ ਗਏ ਆ ਵੀ ਉਹ ਠੀਕ ਨੀਗਾ, ਵੀ ਕਾਤਲ ਹਾਇਰ ਕਰਕੇ ਤੇ ਉਹਨੂੰ ਸਮਰੇ ਨੂੰ ਮਰਾਉਣ ਦਾ ਜਿਹੜਾ ਸੀਗਾ ਤੇ ਤਾਂ ਉਹਨੇ ਫਿਰ ਦੱਸ ਦਿੱਤਾ. The plan sent a shock wave through the police investigation and the stakes for information leading to Samra's capture were raised to $100,000. But the leads dried up. ਯਾਨੀ ਕਿ ਵੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਕੈਨੇਡੀਅਨ ਪੁਲਿਸ ਨੂੰ ਭਈ ਕੁਛ ਬੰਦਿਆਂ ਨੇ ਇੱਦਾਂ ਬੰਦੇ ਹਾਇਰ ਕਰਕੇ ਤੇ $25,000 ਜਿਹੜੀ ਬਾਉਂਟੀ ਰੱਖ ਕੇ ਤੇ ਉਹਨੂੰ ਅਖੇ ਮਾਰਨੇ ਦਾ ਕਰ ਦਿੱਤਾ ਸ਼ੁਰੂ, ਤੇ ਉਹਨਾਂ ਨੇ ਆਪਣੇ ਵੱਲੋਂ $1,00,000 ਜਿਹੜਾ ਆ ਵੀ ਉਹ ਅਖੇ ਇਨਾਮ ਸਮਰੇ ਦੇ ਉੱਤੇ ਰੱਖ ਦਿੱਤਾ, ਪਰ ਕੋਈ ਵੀ ਜਿਹੜੀ ਆ ਸੂਹ ਉਹਨਾਂ ਤੱਕ ਪਹੁੰਚੀ ਨਹੀਂ. So in mid-1982, Detective Wayne Oldham made a revealing statement while explaining why the investigation had been foiled. We talked to the people in the community and there have been breaches of confidence. We are now taking a different approach. Someone supposedly helping the investigators was tipping off Samra on the police leads. ਯਾਨੀ ਕਿ ਵੀ ਆਪ ਹੀ ਕੋਈ ਪੁਲਿਸ ਨੂੰ ਜਿਹੜੀਆਂ ਸੂਹਾਂ ਦੇ ਕੇ ਤੇ ਉਹ ਤੋਂ ਬਾਅਦ ਸਮਰੇ ਨੂੰ ਦੱਸ ਦਿੰਦਾ ਸੀ ਭਈ ਹੁਣ ਪੁਲਿਸ ਨੂੰ ਆ ਮੈਂ ਕਿਹਾ ਆ ਤੇ ਹੁਣ ਪੁਲਿਸ ਨੂੰ ਆ ਕਿਹਾ ਆ. In addition, police suspected that someone from the consulate had provided Samra with a passport and the documents he would need to eventually reach India. It had been Ahluwalia's job as vice consul to issue those same items. So ਆ ਕੰਮ ਆ ਭਈ ਜਦੋਂ ਉਹਨਾਂ ਨੇ ਕੀਤਾ ਆ ਸਾਰਾ ਡਰਾਮਾ ਤੇ ਉਹਦੇ ਮਤਲਬ ਵੀ ਉਹਦੀ ਤਿਆਰੀ ਦੇ ਵਿੱਚ ਆ ਵੀ ਸਾਰਾ ਕੁਝ ਸੀਗਾ ਵੀ ਜੋ ਪੁਲਿਸ ਦੀ ਇਨਵੈਸਟੀਗੇਸ਼ਨ ਆ ਉਹਨੂੰ ਵੀ ਇਨਫਲੂਐਂਸ ਕਰਨ ਲਈ ਸੂਹਾਂ ਤੇ ਹੋਰ ਸਾਰਾ ਕੁਝ ਜਿਹੜਾ ਆ ਵੀ ਉਹ ਉਹਨਾਂ ਬੰਦਿਆਂ ਨਾਲ ਹੀ ਦਿੱਤਾ ਜਾ ਰਿਹਾ ਸੀ ਵੀ ਜਿਹੜੇ ਸਰਕਾਰ ਦੇ ਸੀਗੇ, ਬਿਲਕੁਲ ਭਾਰਤ ਸਰਕਾਰ ਦੇ. ਤੇ ਉਤੋਂ ਫਿਰ ਵੀ ਜਿਹੜੀ ਸੂਹ ਪੁਲਿਸ ਕੋਲੇ ਹੁੰਦੀ ਸੀ ਵੀ ਉਹ ਗਾਂ ਫਿਰ ਉੱਤੇ ਸਮਰੇ ਤੱਕ ਪਹੁੰਚਦੀ ਵੀ ਹੁਣ ਪੁਲਿਸ ਇੱਥੇ ਤੱਕ ਪਹੁੰਚ ਗਈ ਆ, ਹੁਣ ਪੁਲਿਸ ਆ ਜਿਹੜੀ ਆ ਵੀ ਲੀਡ ਇਹ ਪਰਸੂ ਕਰ ਰਹੀ ਆ. ਸੋ ਸਾਰਾ ਕੁਛ ਹੀ ਜਿਹੜਾ ਆ ਵੀ ਉਹ ਭਾਈ ਸਾਡੇ ਧਿਆਨ ਰੱਖਣੇ ਵਾਲਾ ਆ. ਬਿਲਕੁਲ. ਤੇ ਇਹ ਚੀਜ਼ਾਂ ਜਿਹੜੀਆਂ ਨੇ ਵੀ ਇਹ ਆਪਾਂ ਜ਼ਰੂਰ ਇਹਨਾਂ ਵੱਲ ਧਿਆਨ ਦਈਏ ਕਿਉਂਕਿ ਇਹ ਕਹਾਣੀਆਂ ਜਿਹੜੀਆਂ ਆ ਇਹ ਜਿੰਦੀਆਂ ਤੁਸੀਂ ਆ ਹੁਣ ਸਾਡੇ ਕੋਲੋਂ ਸੁਣ ਲਈਆਂ ਤੇ ਓਨੀਆਂ ਉਹ ਤੋਂ ਕਿਤੇ ਹੋਰ ਡੂੰਘਾਈ ਦੇ ਵਿੱਚ ਇਹ ਜਾਂਦੀਆਂ ਨੇ. ਬਿਲਕੁਲ. ਖਾਸ ਤੌਰ 'ਤੇ ਵੀ ਜੇ ਤੁਹਾਡੀ ਜਾਣ ਪਛਾਣ ਦੇ ਵਿੱਚ ਕਿਸੇ ਨੇ ਇਹ ਕਹਾਣੀ ਕਿਸੇ ਹੋਰ ਸੋਰਸ ਤੋਂ ਸੁਣੀ ਆ ਤੇ ਉਹ ਜ਼ਰੂਰ ਸ਼ੇਅਰ ਕਰੋ ਵੀ ਭਾਈ ਵੀ ਤੁਹਾਡੇ ਕੋਲੇ ਕੀ ਜਾਣਕਾਰੀ ਹੈਗੀ ਆ ਤੇ ਉਹ ਸਾਰਾ ਕੁਝ ਜਿਹੜਾ ਆ ਵੀ ਆਲੇ ਦੁਆਲੇ ਤੁਹਾਡੇ ਅੱਜ ਕੱਲ੍ਹ ਜੋ ਕੁਛ ਹੋ ਰਿਹਾ ਵੀ ਉਹ ਇਹਦੇ ਵਿੱਚ ਕਿੱਥੇ ਫਿੱਟ ਹੁੰਦਾ ਆ. ਬਿਲਕੁਲ ਜੀ ਬਿਲਕੁਲ. ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਵੀ ਐਜ਼ ਏ ਕਮਿਊਨਿਟੀ ਕੌਮ ਵਜੋਂ ਸਾਨੂੰ ਇਹਨਾਂ ਸਾਰੀਆਂ ਦੇ ਉੱਤੇ ਨਜ਼ਰ ਰੱਖਣੇ ਦੀ ਲੋੜ ਆ ਜੀ. ਤੇ ਉਸੇ ਹਿਸਾਬ ਨਾਲ ਹੀ ਫਿਰ ਮੇਰਾ ਖਿਆਲ ਵੀ ਅੱਜ ਦਾ ਜੀ ਵੀ ਕਰੀਏ ਜੀ. ਬਿਲਕੁਲ ਬਿਲਕੁਲ ਭਾਜੀ. ਨਹੀਂ ਭਾਈ ਪੜ੍ਹ ਕੇ ਤਾਂ ਇਹੀ ਸਮਝ ਲੱਗਦਾ ਕਿ ਸਰਕਾਰਾਂ ਦਾ ਕਿੱਡਾ ਜ਼ੋਰ ਲੱਗਿਆ ਹੋਇਆ ਕਿ ਕਿਸ ਤਰੀਕੇ ਦੇ ਨਾਲ ਸਿੱਖਾਂ ਨੂੰ ਜਾਂ ਕੌਮ ਨੂੰ ਅੰਦਰੋਂ ਖੋਖਲਾ ਕਰ ਦੇਣਾ ਹੈਗਾ ਹੈ ਕਿ ਜਿਹੜੀ ਇੱਕ ਬੇਵਿਸ਼ਵਾਸੀ ਹੈਗੀ ਹੈ ਇੱਕ ਸਿੱਖ ਦੀ ਦੂਜੇ ਸਿੱਖ ਪ੍ਰਤੀ ਇੰਨੀ ਗੂੜੀ ਕਰ ਦੇਣੀ ਹੈ ਕਿ ਉਹ ਇੱਕ ਦੂਜੇ 'ਤੇ ਵੀ ਵਿਸ਼ਵਾਸ ਨਾ ਕਰੇ. ਇਹੀ ਕੰਮ ਅੱਜ ਰਣਜੀਤ ਸਿੰਘ ਢੱਡਰੀਆਂ ਵਾਲਾ 'ਤੇ ਇੱਕ ਅਪਗ੍ਰੇਡ ਕਰਨ ਦੇ ਨੇ ਕਿਸ ਹਿਸਾਬ ਨਾਲ ਇਹ ਜਿਹੜੀ ਧੜੇਬਾਜ਼ੀ ਦੀਆਂ ਜਿਹੜੀਆਂ ਦੀਵਾਰਾਂ ਹੈ ਇਹਨਾਂ ਨੂੰ ਹੋਰ ਮਜ਼ਬੂਤ ਕਰਨ ਦੇ ਨੇ. ਅਤੇ ਉਹ ਸਾਰਾ ਕੁਝ ਸਾਨੂੰ ਸਮਝਣ ਦੀ ਲੋੜ ਆ ਕਿ ਜਿੱਦਾਂ ਤੁਸੀਂ ਵੀ ਕਹਿੰਦੇ ਸੀ ਨਾ ਜਿਹੜਾ ਮੱਕੜੀ ਜਾਲ ਬੁਣਦੀ ਹੈ ਅਤੇ ਸਾਨੂੰ ਇੰਨੀ ਕੁ ਅਵੇਅਰਨੈਸ ਆਪਣੇ 'ਚ ਲਿਆਉਣੀ ਚਾਹੀਦੀ ਕਿ ਜਿਹੜਾ ਜਾਲ ਅਸੀਂ ਦੇਖ ਕੇ ਪਹਿਲਾਂ ਹੀ ਆਪਣੇ ਆਪ ਨੂੰ ਪਿੱਛੇ ਕਰ ਲਈ ਕਿ ਇੱਥੇ ਜਾਲ ਬਣਿਆ ਹੋਇਆ ਆ, ਇੱਥੇ ਜਦੋਂ ਅਸੀਂ ਅੱਗੇ ਜਾਣਾ ਫਸ ਜਾਣਾ ਆ. ਫਸਣ ਤੋਂ ਬਾਅਦ ਰਿਲਾਈਜ਼ ਹੋਣਾ ਚਲੋ ਅਲੱਗ ਗੱਲ ਹੈ, ਜੇ ਫਸਣ ਤੋਂ ਪਹਿਲਾਂ ਹੀ ਸਾਨੂੰ ਰਿਲਾਈਜ਼ ਹੋਵੇ ਬਹੁਤ ਵਧੀਆ ਹੈ ਕਿ ਅਵੇਅਰ ਰਹੀਏ ਕਿ ਭਾਈ ਇੱਥੇ ਇਸ ਤਰੀਕੇ ਨਾਲ ਜਾਲ ਬੁਣਿਆ ਜਾ ਰਿਹਾ ਅਤੇ ਅਸੀਂ ਵਿੱਚ ਜਾ ਕੇ ਫਸ ਜਾਣਾ ਹੈਗਾ ਆ. ਅਤੇ ਫਿਰ ਅੱਜ ਦੇ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਅਤੇ ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.